ਸਾਂਝੀਵਾਸ ਰੇਡੀਓ ਤੋਂ ਸ਼ਮਾ ਬੰਗੋਲੋ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਇੰਪੋਰਟੈਂਟ ਪਰਸਨੈਲਿਟੀ, ਬਹੁਤ ਹੀ ਖਾਸ ਮਹਿਮਾਨ ਸਾਡੇ ਜਿਹੜੇ ਅੱਜ ਦੇ ਨੇ, ਮੈਂ ਤੁਹਾਨੂੰ ਜ਼ਿਆਦਾ ਵੇਟ ਨਹੀਂ ਕਰਵਾਉਣੀ ਤੇ ਉਹਨਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣੀ ਆ। ਐਂਡ ਇੰਟਰਸਟਿੰਗ ਥਿੰਗ ਕਿ ਤੁਸੀਂ ਆਪਣੀ ਪਰਸਨੈਲਿਟੀ ਬਾਰੇ ਉਹਨਾਂ ਕੋਲੋਂ ਜਾਣ ਸਕਦੇ ਹੋ, ਕਿਉਂਕਿ ਉਹ ਨੇ ਜੀ ਐਕਸਪਰਟ ਗ੍ਰਾਫਿਓਲੋਜੀ ਦੇ। ਐਂਡ ਮੈਂ ਉਹਨਾਂ ਨੂੰ ਪੁੱਛਣਾ ਕਿ ਮੈਂ ਇਹਨੂੰ ਠੀਕ ਪ੍ਰੋਨਾਂਸ ਕਰ ਰਹੀ ਹਾਂ ਜਾਂ ਨਹੀਂ ਕਰ ਰਹੀ, ਤੇ ਫਿਰ ਆਪਾਂ ਚਲੋ ਮਿਲਦੇ ਹਾਂ ਤੇ ਤੁਸੀਂ ਮੈਨੂੰ ਜ਼ਰੂਰ ਦੱਸਣਾ ਜੇ ਤੁਹਾਡੇ ਵਿੱਚੋਂ ਕਿਸੇ ਨੂੰ ਪਤਾ ਕਿ ਮੈਂ ਗਲਤ ਪ੍ਰੋਨਾਂਸ ਕਰ ਰਹੀ ਹਾਂ ਤੇ ਯੂ ਕੈਨ ਕਰੈਕਟ ਮੀ ਇਨ ਦ ਕਮੈਂਟ। ਦੱਸ ਦਿਓ ਕਿ ਮਤਲਬ ਜਮਾ ਮੈਮ ਯੂ ਆਰ ਨਾਟ ਡੂਇੰਗ ਗੁੱਡ ਜੌਬ। ਹਾਂਜੀ, ਤੇ ਅੱਜ ਦੀ ਸਾਡੀ ਇੰਪੋਰਟੈਂਟ ਪਰਸਨੈਲਿਟੀ ਜੋਲੀ ਅੰਕਲ। ਹਾਂਜੀ, ਬਹੁਤ ਬਹੁਤ ਸਵਾਗਤ ਜੀ। ਸਤਿ ਸ਼੍ਰੀ ਅਕਾਲ। ਹੋਰ ਤੁਹਾਡਾ ਕੀ ਹਾਲ ਆ? ਬਹੁਤ ਵਧੀਆ, ਬਹੁਤ ਵਾਹਿਗੁਰੂ ਦੀ ਬਖਸ਼ਿਸ਼ ਕਿਰਪਾ, ਸਭ ਠੀਕ ਠਾਕ ਜੀ। ਚਲੋ ਬਹੁਤ ਖੂਬ। ਤੇ ਅੱਜ ਅਸੀਂ ਮੈਂ ਜਿਸ ਤਰ੍ਹਾਂ ਗੱਲ ਕਰ ਰਹੀ ਸੀ ਆਪਣੇ ਸਰੋਤਿਆਂ ਨਾਲ ਕਿ ਗੱਲ ਕਰਨੀ ਆ ਤੁਹਾਡੇ ਬਾਰੇ ਐਂਡ ਆਲਸੋ ਗ੍ਰਾਫਿਓਲੋਜੀ ਬਾਰੇ। ਹਾਂਜੀ, ਤੇ ਜੇ ਸਾਡੇ ਵਿਊਅਰਸ ਨੇ ਉਹਨਾਂ ਵਿੱਚੋਂ ਕਿਸੇ ਨੇ ਆਪਣੀ ਪਰਸਨੈਲਿਟੀ ਬਾਰੇ ਗੱਲ ਪੁੱਛਣੀ ਹੋਵੇ ਕਿ ਉਹਨਾਂ ਦੀ ਪਰਸਨੈਲਿਟੀ ਕਿਸ ਤਰ੍ਹਾਂ, ਕੀ ਉਹਨਾਂ ਦੀਆਂ ਕੈਪੇਬਿਲਿਟੀਜ਼ ਨੇ, ਤੇ ਉਹ ਆਪਣੇ ਸਿਗਨੇਚਰ ਭੇਜ ਸਕਦੇ ਨੇ, ਹੈਨਾ ਜੀ? ਭੇਜ ਸਕਦੇ ਨੇ, ਲੇਕਿਨ ਜੀ ਕੁਝ ਲੋਕ ਨਹੀਂ ਚਾਹੁੰਦੇ ਕਿ ਉਹਨਾਂ ਦੀ ਕੋਈ ਵੀ ਗੱਲ ਪਬਲਿਕ ਵਿੱਚ ਡਿਸਕਸ ਕੀਤੀ ਜਾਏ। ਉਸ ਚੀਜ਼ ਦਾ ਧਿਆਨ ਰੱਖਣ। ਮੈਨੂੰ ਕੋਈ ਆਬਜੈਕਸ਼ਨ ਨਹੀਂ। ਮੈਨੂੰ ਤੇ ਜਿਹੜੇ ਵੀ ਸਿਗਨੇਚਰ ਦਿਖਾਓਗੇ ਤੁਸੀਂ, ਕਿਸੇ ਦੀ ਹੈਂਡਰਾਈਟਿੰਗ ਅਗਰ ਦਿਖਾਓਗੇ ਤੇ ਮੈਂ ਜ਼ਰੂਰ ਉਸ ਨੂੰ ਕੋਸ਼ਿਸ਼ ਕਰਾਂਗਾ ਕਿ ਐਨਾਲਾਈਜ਼ ਕਰਕੇ ਤੇ ਮੈਂ ਨਾਲ ਦੇ ਨਾਲ ਉਹਨਾਂ ਨੂੰ ਦੱਸ ਸਕਾਂ। ਲੇਕਿਨ ਰਿਕੁਐਸਟ ਇੱਕ ਹੈ ਕਰਨਾ ਕਿ ਪਲੀਜ਼ ਮਿਨੀਮਮ 2 ਸਿਗਨੇਚਰ ਹੋਣ ਇੱਕ ਕਾਗਜ਼ ਦੇ ਉੱਤੇ। ਰੀਜ਼ਨ ਬੀਇੰਗ ਕਿ ਕਈ ਵਾਰੀ ਹੱਥ ਉਹ ਥੋੜਾ ਜਿਹਾ ਹਿਲ ਜਾਂਦਾ। ਮੈਂ ਬਿਲਕੁਲ ਇੱਕ ਛੋਟੇ ਡਾਟ ਨੂੰ ਵੀ ਐਨਾਲਾਈਜ਼ ਕਰਨਾ ਹੁੰਦਾ ਹੈ ਤੇ ਰਾਈਟ ਉਹ ਜਾਂ ਪ੍ਰੈਸ਼ਰ ਫਰਕ ਪੈ ਜਾਂਦਾ ਤੇ ਉਹਦੇ ਨਾਲ ਸਾਡੀ ਰੀਡਿੰਗ ਚੇਂਜ ਹੋ ਜਾਂਦੀ ਜੀ। ਬਿਲਕੁਲ। ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਗ੍ਰਾਫਿਓਲੋਜੀ ਬਾਰੇ ਕਿ ਇਹ ਐਕਚੁਅਲੀ ਹੈ ਕੀ, ਤੇ ਤੁਹਾਨੂੰ ਇਹਦਾ ਸ਼ੌਕ ਕਿੱਥੋਂ ਪਿਆ, ਕਿੰਨਾ ਤੁਸੀਂ ਇਸ ਨੂੰ ਸਟੱਡੀ ਕੀਤਾ? ਗ੍ਰਾਫੋਲੋਜੀ ਜਿਸ ਤਰ੍ਹਾਂ ਇਹਦਾ ਨਾਂ ਹੀ ਹੈਗਾ, ਕੋਈ ਵੀ ਗ੍ਰਾਫ, ਜਦੋਂ ਅਸੀਂ ਈਵਨ ਨਰਸਰੀ ਚ ਬੱਚਾ ਹੁੰਦਾ ਹੈ, ਸਕੂਲ ਵਿੱਚ ABC ਅਲਫਾਬੈਟਸ ਅਸੀਂ ਲਿਖਦੇ ਹਾਂ, ਉਹ A ਜਿਹੜਾ ਅਸੀਂ ਲੈਟਰ ਬਣਾਉਂਦੇ ਹਾਂ, B ਬਣਾਉਂਦੇ ਹਾਂ। ਜਦੋਂ ਲਾਈਨ ਉੱਪਰ ਜਾਂਦੀ ਹੈ, ਲਾਈਨ ਨੀਚੇ ਆਉਂਦੀ ਹੈਗੀ, ਕੋਈ ਸਲੀਪਿੰਗ ਲਾਈਨ ਹੈ, ਕੋਈ ਸਟੈਂਡਿੰਗ ਲਾਈਨ ਹੈ, ਤੇ ਉਹ ਬੇਸਿਕਲੀ ਗ੍ਰਾਫ ਦੀ ਫਾਰਮੇਸ਼ਨ ਹੈਗੀ ਹੈ। ਲੌਜੀ ਮੀਨਸ ਸਾਇੰਸ, ਤੇ ਗ੍ਰਾਫੋਲੋਜੀ ਜਿਹੜੀ ਹੈ ਇਸ ਨੂੰ ਹੈਂਡਰਾਈਟਿੰਗ ਦੀ ਸਾਇੰਸ ਕਿਹਾ ਜਾਂਦਾ ਹੈ। ਔਰ ਇਹਦੇ ਨਾਲ ਅਸੀਂ ਹੈਂਡਰਾਈਟਿੰਗ ਔਰ ਸਿਗਨੇਚਰ ਦੇ ਨਾਲ, ਇਹ ਬੇਸਿਕਲੀ ਇੱਕ ਮੀਡੀਅਮ ਹੈ ਸਾਡੇ ਕੋਲ ਕਿ ਅਸੀਂ ਕਿਸੇ ਵੀ ਪਰਸਨੈਲਿਟੀ ਨੂੰ ਕੰਪਲੀਟ ਐਨਾਲਾਈਜ਼ ਕਰ ਲੈਂਦੇ ਹਾਂ ਕਿ ਉਹਨਾਂ ਦਾ ਮਾਈਂਡਸੈਟ ਕਿਸ ਤਰ੍ਹਾਂ ਦਾ ਹੈਗਾ, ਉਹ ਕਿਸ ਤਰ੍ਹਾਂ ਸੋਚਦੇ ਨੇ, ਕਿੱਦਾਂ ਕੰਮ ਕਰਦੇ ਨੇ, ਕੀ ਉਹ ਕ੍ਰੀਏਟਿਵ ਕੰਮ ਕਰ ਸਕਦੇ ਨੇ ਲੇਕਿਨ ਕਰ ਨਹੀਂ ਪਾ ਰਹੇ। ਕਿਉਂ ਨਹੀਂ ਕਰ ਪਾ ਰਹੇ? ਕਿਉਂਕਿ ਬਚਪਨ ਦੇ ਵਿੱਚ ਜਦੋਂ ਅਸੀਂ ਬਹੁਤ ਛੋਟੇ ਹੁੰਦੇ ਆ ਤੇ ਤਕਰੀਬਨ 6 ਸਾਲ ਤੋਂ ਪਹਿਲੇ ਸਾਡਾ 80% ਬ੍ਰੇਨ ਡਿਵੈਲਪ ਹੋ ਜਾਂਦਾ ਹੈ ਜੀ। ਜਦੋਂ 80% ਬ੍ਰੇਨ ਡਿਵੈਲਪ ਹੋ ਰਿਹਾ ਹੁੰਦਾ ਹੈ ਤੇ ਆਮ ਸਾਡੇ ਮਤਲਬ ਕਿ ਪੰਜਾਬੀ ਔਰ ਇੰਡੀਅਨ ਫੈਮਿਲੀਜ਼ ਦੇ ਵਿੱਚ ਹੈਗਾ ਕਿ ਅਸੀਂ ਬੱਚੇ ਨੂੰ ਬਹੁਤ ਜ਼ਿਆਦਾ ਕਿਸੇ ਕੰਮ ਲਈ ਐਨਕਰੇਜ ਨਹੀਂ ਕਰਦੇ, ਅਸੀਂ ਖੁਦ ਡਰਦੇ ਹਾਂ। ਔਰ ਕੋਈ ਡਰ ਅਸੀਂ ਬੱਚਿਆਂ ਦੇ ਲਈ ਅੱਗੇ ਪਾਸ ਆਨ ਕਰ ਦਿੰਦੇ ਹਾਂ। ਬੱਚਿਆਂ ਨੂੰ ਅਸੀਂ ਮਨਾ ਕਰਦੇ ਹਾਂ ਕੋਈ ਵੀ ਜੰਪ ਕਰਨ ਤੋਂ, ਬਾਹਰ ਮਾਰਕੀਟ ਜਾਣ ਤੋਂ, ਪਾਰਕ ਵਿੱਚ ਸਾਈਕਲਿੰਗ ਤੋਂ, ਬਾਈਕ ਚਲਾਉਣ ਤੋਂ, ਹਰ ਚੀਜ਼ ਲਈ ਅਸੀਂ ਨਾ ਬਾਰ-ਬਾਰ ਕਹਿੰਦੇ ਹਾਂ। ਔਰ ਉਹ ਡਰ ਇੰਨਾ ਭਰ ਜਾਂਦਾ ਹੈਗਾ ਕਿ ਕਈ ਵਾਰੀ ਥਰੂ ਆਊਟ ਲਾਈਫ ਲੋਕੀ ਮੇਰੇ ਕੋਲ 40-50 ਸਾਲ ਦੇ ਆਉਂਦੇ ਨੇ, ਲੇਕਿਨ ਉਹ ਡਰ ਉਹਨਾਂ ਦਾ ਜਿਹੜਾ ਹੈ ਉੱਥੇ ਹੀ ਹੁੰਦਾ, ਉਹ ਕਲੀਅਰ ਨਹੀਂ ਕਰ ਪਾਉਂਦੇ ਉਸ ਨੂੰ। ਤੇ ਇਹ ਜਦੋਂ ਮਤਲਬ ਕਿ ਆਪਣੀ ਉਹ ਲਾਈਫ ਦੇ ਵਿੱਚ ਇੰਨਾ ਲੇਟ ਤੁਹਾਡੇ ਕੋਲ ਆਉਂਦੇ ਆ, ਤੇ ਉਸ ਟਾਈਮ ਤੇ ਉਸ ਸਟੇਜ ਦੇ ਉੱਤੇ ਵੀ ਆਪਣੇ ਆਪ ਨੂੰ ਤੁਸੀਂ ਕੀ ਸੁਜੈਸਟ ਕਰਦੇ ਹੋ ਕਿ ਆਪਣੇ ਆਪ ਨੂੰ ਇੰਪਰੂਵ ਕਰਨ ਦੀ ਪੋਸੀਬਿਲਿਟੀ ਹੁੰਦੀ ਆ? ਇੱਕ ਛੋਟਾ ਜਿਹਾ ਐਗਜ਼ਾਮਪਲ ਦੇਣਾ ਚਾਹਾਂਗਾ। ਇੱਕ ਕਮਰੇ ਦੇ ਵਿੱਚ, ਇੱਕ ਘਰ ਦੇ ਅੰਦਰ ਜੇ 10-20 ਸਾਲ ਤੋਂ ਅੰਧੇਰਾ ਹੈਗਾ, ਉਸ ਨੂੰ ਦੂਰ ਕਰਨ ਲਈ ਸਾਨੂੰ 10 ਸਾਲ ਨਹੀਂ ਚਾਹੀਦੇ। ਸਾਨੂੰ ਜਸਟ 1 ਮਿੰਟ ਚਾਹੀਦਾ ਹੈ। ਇੱਕ ਕੈਂਡਲ, ਇੱਕ ਬਲਬ ਅਸੀਂ ਜਲਾਵਾਂਗੇ ਤਾਂ ਪੂਰੇ ਕਮਰੇ, ਪੂਰੇ ਹਾਲ ਵਿੱਚ ਰੋਸ਼ਨੀ ਹੋ ਜਾਂਦੀ ਹੈ। ਬੇਸਿਕਲੀ
ਇਸ ਵਕਤ ਜਿਹੜੀ ਅਸੀਂ ਗੱਲਬਾਤ ਕਰ ਰਹੇ ਹਾਂ, ਜਿਹੜਾ ਅਸੀਂ ਇਹ ਪ੍ਰੋਗਰਾਮ ਕਰ ਰਹੇ ਹੈਗੇ ਆ, ਮੈਡੀਕਲੀ ਔਰ ਸਾਇੰਟੀਫਿਕਲੀ ਇਹ ਕਈ ਵਾਰੀ ਪ੍ਰੂਵ ਹੋ ਚੁੱਕਾ ਹੈ ਕਿ ਬ੍ਰੇਨ 10 ਹਿੱਸਿਆਂ 'ਚ ਡਿਵਾਈਡ ਹੈਗਾ ਔਰ ਉਹਦਾ ਇੱਕ ਹਿੱਸਾ ਸਿਰਫ ਜਿਹੜਾ ਜਾਗਿਆ ਹੈ। ਅਸੀਂ ਜਿਹੜੀ ਹੁਣ ਇਹ ਗੱਲਬਾਤ ਕਰ ਰਹੇ ਹਾਂ, ਪ੍ਰੋਗਰਾਮ ਕਰ ਰਹੇ ਹਾਂ, ਇਹ ਇੱਕ ਹਿੱਸੇ ਨੂੰ ਅਸੀਂ ਯੂਜ਼ ਕਰ ਰਹੇ ਹਾਂ। ਬਾਕੀ 9 ਹਿੱਸੇ ਜਿਹੜੇ ਨੇ ਉਹ ਸਲੀਪਿੰਗ ਮੋਡ ਵਿੱਚ ਹੈਗੇ ਨੇ, ਜਿਹਨੂੰ ਅਸੀਂ ਸਬਕੌਂਸ਼ੀਅਸ ਮਾਈਂਡ ਕਹਿੰਦੇ ਆ। ਤੇ ਇਸ ਲਾਈਨ ਵਿੱਚ ਗ੍ਰਾਫੋਲੋਜੀ ਦੇ ਵਿੱਚ ਅਸੀਂ ਜਿਹੜਾ ਬਾਕੀ ਸਲੀਪਿੰਗ ਮੋਡ ਵਿੱਚ ਸਾਡਾ ਸਬਕੌਂਸ਼ੀਅਸ ਮਾਈਂਡ ਹੈਗਾ, ਉਸ ਨੂੰ ਅਸੀਂ ਜਗਾਉਣ ਦੀ ਕੋਸ਼ਿਸ਼ ਕਰਦੇ ਹਾਂ। ਜਿਸ ਤਰ੍ਹਾਂ ਜਿੰਨਾ ਅਸੀਂ ਉਹਨੂੰ ਜਗਾ ਪਾਉਂਦੇ ਹੈਗੇ ਆ, ਉਹਨੇ ਬੈਸਟ ਰਿਜ਼ਲਟਸ ਅਸੀਂ ਆਪਣੀ ਲਾਈਫ ਵਿੱਚ ਲੈ ਪਾਉਂਦੇ ਹਾਂ। ਓਕੇ, ਸੋ ਇਨ ਅਦਰ ਵਰਡਸ ਕਿ ਇਟਸ ਨੈਵਰ ਟੂ ਲੇਟ, ਕਿ ਜਦੋਂ ਹੀ ਤੁਹਾਨੂੰ ਪਤਾ ਲੱਗ ਜਾਵੇ ਕਿ ਤੁਸੀਂ ਕੀ ਕੀ ਕਰ ਸਕਦੇ ਹੋ ਤੇ ਉਦੋਂ ਹੀ ਉਹ ਜੇ ਕਰਨਾ ਚਾਹੁੰਦੇ ਹੋ ਤੇ ਜ਼ਰੂਰ ਸ਼ੁਰੂ ਕਰ ਲਓ। ਤੁਸੀਂ ਇਹਨੂੰ ਤੁਹਾਨੂੰ ਕਿਸ ਤਰ੍ਹਾਂ ਇਸ ਚੀਜ਼ ਦਾ ਤੁਸੀਂ ਮਤਲਬ ਕਿ ਐਜ਼ ਅ ਪ੍ਰੋਫੈਸ਼ਨ, ਐਜ਼ ਅ ਕਰੀਅਰ ਇਹਨੂੰ ਸਟੱਡੀ ਕੀਤਾ ਜਾਂ ਫਿਰ ਤੁਹਾਨੂੰ ਇਸ ਚੀਜ਼ ਦਾ ਸ਼ੌਕ ਸੀ? ਮੈਂ ਬੇਸਿਕਲੀ, ਮੈਨੂੰ ਗ੍ਰਾਫੋਲੋਜੀ ਦਾ ਆਈਡੀਆ ਨਹੀਂ ਸੀ। ਮੈਂ 86 ਦੇ ਵਿੱਚ ਇੱਕ ਮਾਈਂਡ ਕੰਟਰੋਲ ਦੇ ਉੱਤੇ ਕੋਰਸ ਕੀਤਾ ਸੀ ਕਿ ਅਸੀਂ ਆਪਣੇ ਮਾਈਂਡ ਨੂੰ ਕਿਸ ਤਰ੍ਹਾਂ ਕੰਟਰੋਲ ਕਰ ਸਕਦੇ ਹਾਂ। ਠੀਕ, ਕਿਉਂਕਿ ਸਾਡੀ ਲਾਈਫ ਵਿੱਚ ਹਰ ਦਿਨ ਨਵੇਂ ਚੈਲੰਜ ਆਉਂਦੇ ਹੈਗੇ ਨੇ, ਨਵੀਆਂ ਪ੍ਰੋਬਲਮਸ ਆਉਂਦੀਆਂ ਹੈਗੀਆਂ ਨੇ, ਅਸੀਂ ਉਹਨਾਂ ਨੂੰ ਫੇਸ ਕਰਨਾ ਹੁੰਦਾ ਹੈ। ਲੇਕਿਨ ਬਹੁਤ ਸਾਰੇ ਲੋਕ, ਹੁਣ ਸਪੈਸ਼ਲੀ ਜਿਹੜਾ ਕਰੋਨਾ ਦਾ ਪੀਰੀਅਡ ਗਿਆ ਹੈਗਾ, ਕੋਵਿਡ ਵਾਲਾ, ਬਹੁਤ ਸਾਰੇ ਲੋਕ ਇਹਦੇ ਵਿੱਚ ਘਬਰਾ ਗਏ, ਡਰ ਗਏ, ਡਿਪਰੈਸ਼ਨ ਵਿੱਚ ਚਲੇ ਗਏ, ਕਈਆਂ ਨੇ ਸੁਸਾਈਡ ਕਰ ਲਿਆ ਜੀ। ਤੇ ਮੈਂ ਤੇ ਸ਼ੌਕੀਆ ਉਸ ਟਾਈਮ ਮਾਈਂਡ ਕੰਟਰੋਲ ਦਾ ਕੋਰਸ ਕੀਤਾ ਸੀ। ਉਹ 3 ਮਹੀਨੇ ਦਾ ਕੋਰਸ ਸੀ, ਲੇਕਿਨ ਉਹਦੇ 'ਚ ਇੱਕ ਬ੍ਰਾਂਚ ਹੈਗੀ ਸੀ ਗ੍ਰਾਫੋਲੋਜੀ ਦੀ। ਇਹ ਮੈਨੂੰ ਕਾਫੀ ਇੰਟਰਸਟਿੰਗ ਲੱਗੀ। ਤੇ ਉਸ ਤੋਂ ਬਾਅਦ 86 ਦੇ ਵਿੱਚ, 86 ਦੇ ਐਂਡ ਤੱਕ, ਮਤਲਬ ਕਿ ਪਾਰਟ ਟਾਈਮ ਸੈਟਰਡੇ ਸੰਡੇ ਕਲਾਸਿਸ ਹੁੰਦੀਆਂ ਸੀ ਸਾਡੀਆਂ, ਮੈਨੂੰ ਯਾਦ ਹੈ, ਇੱਥੇ ਦਿੱਲੀ ਵਿੱਚ। ਤੇ ਉਸ ਟਾਈਮ, ਅੱਜ ਵੀ ਮਤਲਬ ਕਿ ਕੋਈ ਦਿੱਲੀ ਦੇ ਵਿੱਚ ਕੋਈ ਵੱਡੀ ਯੂਨੀਵਰਸਿਟੀ ਇਸ ਨੂੰ ਐਜ਼ ਏ ਰੈਗੂਲਰ ਕੋਰਸ ਨਹੀਂ ਕਰਵਾ ਰਹੇ। ਹਾਲਾਂਕਿ ਬੜੇ ਵੱਡੇ ਇੰਸਟੀਟਿਊਸ਼ਨਸ ਹੈਗੇ ਨੇ ਜਿਹੜੇ ਪ੍ਰਾਈਵੇਟ ਲੈਵਲ ਤੇ ਜਾਂ ਉਸ ਤਰ੍ਹਾਂ ਮਤਲਬ ਕਿ ਮੈਨੇਜ ਕਰਦੇ ਨੇ, ਉਹ ਕਰਵਾਉਂਦੇ ਨੇ ਕੋਰਸ ਜੀ। ਤੇ ਉਸ ਦੀ ਇਹ ਬ੍ਰਾਂਚ ਸੀ। ਤੇ ਫਿਰ ਮੈਂ ਇਹਦੇ ਵਿੱਚ ਅੱਗੇ ਐਡਵਾਂਸ ਕੋਰਸ ਕੀਤਾ। ਲੇਕਿਨ ਸ਼ੁਰੂ 7-8 ਸਾਲ ਤੇ ਮੈਂ ਕੈਜੂਅਲੀ, ਮਤਲਬ ਕਿ ਕਿਉਂਕਿ ਉਹਨਾਂ ਦਿਨਾਂ 'ਚ ਮੇਰੇ ਕੰਮ ਦਾ ਵੀ ਕਾਫੀ ਪ੍ਰੈਸ਼ਰ ਹੁੰਦਾ ਸੀ ਤੇ ਇੰਨਾ ਟਾਈਮ ਨਹੀਂ ਸੀ ਹੁੰਦਾ ਕਿ ਵੀ ਮੈਂ ਇੱਧਰ ਜ਼ਿਆਦਾ ਧਿਆਨ ਦੇ ਪਾਉਂਦਾ। ਲੇਕਿਨ ਕਦੀ ਕੋਈ ਫਰੈਂਡ ਆ ਗਿਆ, ਕਦੀ ਕੋਈ ਮਿਲਣ ਵਾਲਾ ਆ ਗਿਆ, ਜਾਂ ਕਿਸੇ ਨੂੰ ਪਤਾ ਲੱਗਾ ਇੱਕ ਦੂਜੇ ਦੇ ਰੈਫਰੈਂਸ ਨਾਲ, ਤੇ ਉਹਨਾਂ ਦਾ ਮੈਂ ਕਰਦਾ ਸੀ। ਸਗੋਂ ਉਸ ਦਿਨ ਇੱਕ ਫੈਮਿਲੀ ਮੇਰੇ ਕੋਲ ਆਈ ਸੀ ਤੇ ਉਹ ਆਪਣੇ ਬੇਟੇ ਨੂੰ ਲੈ ਕੇ ਆਈ ਸੀ ਜਿਹੜਾ ਗ੍ਰੈਜੂਏਸ਼ਨ ਕਰ ਚੁੱਕਾ ਔਰ 3 ਸਾਲ ਤੋਂ ਮਤਲਬ ਕਿ ਆਪਣੀ ਲਾਈਫ ਸ਼ੁਰੂ ਨਹੀਂ ਕਰ ਪਾ ਰਿਹਾ, ਕੈਰੀਅਰ ਅੱਛੇ ਤਰੀਕੇ ਨਾਲ ਨਹੀਂ ਸੈਟਲ ਹੋ ਪਾ ਰਿਹਾ ਉਹਦਾ। ਮੈਨੂੰ ਨਹੀਂ ਧਿਆਨ ਆਇਆ ਤੇ ਉਹਨਾਂ ਨੇ ਦੱਸਿਆ ਕਿ ਸਾਨੂੰ ਪ੍ਰੋਬਲਮ ਆਈ ਸੀ ਜਦੋਂ ਅਸੀਂ ਬਿਜ਼ਨਸ ਸ਼ੁਰੂ ਕੀਤਾ ਸੀ ਤੇ ਅਸੀਂ ਆਪਣੇ ਲਈ ਤੁਹਾਡੇ ਕੋਲ ਆਏ ਸੀ। ਤੇ ਤਾਂ ਮੈਨੂੰ ਯਾਦ ਆਇਆ ਸਾਰਾ। ਤੇ ਫਿਰ ਮੈਂ ਉਹਨਾਂ ਦੇ ਬੇਟੇ ਦਾ ਵੀ ਮਤਲਬ ਕਿ ਉਹ ਸਾਰੀ ਪਰਸਨੈਲਿਟੀ ਨੂੰ ਐਨਾਲਾਈਜ਼ ਕਰਕੇ ਜਿਹੜੇ ਉਹਨਾਂ ਦੇ ਵੀਕ ਪੁਆਇੰਟ ਸੀ, ਉਹਨਾਂ ਨੂੰ ਡਾਇਰੈਕਸ਼ਨ ਦਿੱਤੀ ਕਿ ਇਹਨਾਂ ਚੀਜ਼ਾਂ ਨੂੰ ਠੀਕ ਕਰੋ ਔਰ ਇਹਦੇ ਨਾਲ ਤੁਹਾਨੂੰ ਜਿਹੜੇ ਪੋਜ਼ਿਟਿਵ ਰਿਜ਼ਲਟਸ ਮਿਲਣਗੇ। ਓਕੇ, ਦੈਟਸ ਗੁੱਡ। ਤੇ ਸਾਡੇ ਕੋਲ ਇੱਥੇ ਸਵਾਲ ਆਇਆ, ਸਾਨੂੰ ਜੁਆਇਨ ਕੀਤਾ ਹੋਇਆ ਰਜਿੰਦਰ ਸਿੰਘ ਜੀ ਨੇ, ਸਤਿ ਸ਼੍ਰੀ ਅਕਾਲ ਭੇਜਦੇ ਨੇ। ਤੇ ਨਾਲ ਆਤਮਜੀਤ ਕੌਰ ਜੀ ਨੇ ਸਾਨੂੰ ਜੁਆਇਨ ਕੀਤਾ ਹੋਇਆ। ਤੇ ਆਤਮਜੀਤ ਜੀ ਪੁੱਛਦੇ ਨੇ ਕਿ ਗ੍ਰਾਫੋਲੋਜੀ ਸਿੱਖਣ ਦੇ ਕਿੰਨਾ ਟਾਈਮ ਲੱਗਦਾ? ਦੇਖੋ, ਇਸ ਦਾ ਕੋਈ ਐਂਡ ਨਹੀਂ ਹੈਗਾ। ਮੈਂ ਅੱਜ ਵੀ ਸਟੱਡੀ ਕਰਦਾ, ਅੱਜ ਵੀ ਜਿਹੜੇ ਅਪਡੇਟਸ ਗੂਗਲ ਦੇ ਉੱਤੇ ਨਵੀਆਂ ਸਟੱਡੀਜ਼ ਆਉਂਦੀਆਂ ਨੇ, ਯੂਨੀਵਰਸਿਟੀਜ਼ ਦੇ ਵਿੱਚ ਬਹੁਤ ਸਾਰੀਆਂ ਸਟੱਡੀਜ਼ ਦੇ ਉੱਤੇ ਹੁੰਦੀਆਂ ਨੇ। ਬੇਸਿਕ ਜਿਹੜਾ ਹੈਗਾ ਉਹ ਤੁਸੀਂ ਤਕਰੀਬਨ 6 ਮਹੀਨੇ 'ਚ ਕਰ ਲੈਂਦੇ ਹੈਗੇ ਹੋ। ਲੇਕਿਨ ਉਸ ਤੋਂ ਬਾਅਦ, ਕਿਉਂਕਿ ਇਹਦੇ 'ਚ ਸਭ ਤੋਂ ਵੱਡਾ ਚੈਲੰਜ ਕੀ ਹੈਗਾ, ਜਿਸ ਤਰ੍ਹਾਂ ਸਾਡੇ ਫਿੰਗਰਪ੍ਰਿੰਟਸ ਸਾਰੀ ਦੁਨੀਆ 'ਚ ਹਰ ਇਨਸਾਨ ਦੇ ਅਲੱਗ ਹੈਗੇ ਨੇ। ਜੀ, ਜਦੋਂ ਅਸੀਂ ਆਪਣਾ ਆਧਾਰ ਕਾਰਡ ਜਾਂ ਪਾਸਪੋਰਟ ਬਣਵਾਉਣ ਜਾਂਦੇ ਹਾਂ ਤੇ ਉਹ ਆਈਸ ਦੇ ਵੀ ਉਹ ਸੈਂਪਲ ਲੈਂਦੇ ਨੇ, ਉਹ ਵੀ ਸਾਡੇ ਬਿਲਕੁਲ ਅਲੱਗ ਨੇ। ਸਾਡੀ ਬੋਲਚਾਲ, ਆਵਾਜ਼, ਸਾਡੀ ਮਤਲਬ ਕਿ ਜਿਹੜਾ ਲਾਈਫ ਸਟਾਈਲ ਹੈ, ਚੱਲਣ ਦਾ, ਬੋਡੀ ਲੈਂਗੁਏਜ ਜਿਹਨੂੰ ਕਹਿੰਦੇ ਆ ਅਸੀਂ, ਉਹ ਸਾਰੇ ਬੰਦਿਆਂ ਦੀ ਬਿਲਕੁਲ ਅਲੱਗ-ਅਲੱਗ ਹੈ। ਤੇ ਜਦੋਂ ਵੀ ਸਾਡੇ ਕੋਲ ਹੈਂਡ ਰਾਈਟਿੰਗ ਜਾਂ ਸੈਂਪਲ ਆਉਂਦੇ ਨੇ ਸਿਗਨੇਚਰ ਦੇ, ਈਵਨ ਟਵਿਨਸ ਹੁੰਦੇ ਨੇ, ਤਾਂ ਵੀ ਉਹਨਾਂ ਦੇ ਬਿਲਕੁਲ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ।
ਤੇ ਉਹ ਬੜਾ ਵੱਡਾ ਚੈਲੰਜ ਹੈ ਕਿ ਜਦੋਂ ਵੀ ਤੁਸੀਂ ਆਉਂਦੇ ਹੋ, ਜੇ ਸਾਡੇ ਕੋਲ 100% ਪਰਫੈਕਟ, ਮੇਰੀ ਵੀ ਇਸ ਵਕਤ ਮੈਂ 100% ਤੇ ਨਹੀਂ ਕਹਿ ਸਕਦਾ, 97-98% ਤੱਕ ਮੇਰੀ ਰੀਡਿੰਗ ਠੀਕ ਹੁੰਦੀ ਹੈ। ਅੱਛਾ। ਤੇ ਉਹ ਸਾਨੂੰ ਬੜੀ ਡੀਪ ਸਟੱਡੀ ਦੀ ਲੋੜ ਹੁੰਦੀ ਹੈ, ਉਹਦੇ ਲਈ ਬਹੁਤ ਲੰਬਾ ਐਕਸਪੀਰੀਅੰਸ ਔਰ ਰੈਗੂਲਰ ਆਪਣੇ ਆਪ ਨੂੰ ਅਪਡੇਟ ਰੱਖਣਾ ਬਹੁਤ ਜ਼ਰੂਰੀ ਹੈ। ਰਾਈਟ, ਠੀਕ। ਤੇ ਨਾਲ ਹੀ ਉਹ ਪੁੱਛਦੇ ਨੇ ਕਿ ਗ੍ਰਾਫੋਲੋਜੀ ਦੀ ਸ਼ੁਰੂਆਤ ਕਦੋਂ ਹੋਈ, ਕਿ ਜਦੋਂ ਤੁਸੀਂ ਪੜ੍ਹਨਾ ਸ਼ੁਰੂ ਕੀਤਾ, ਤੁਸੀਂ ਸਟੱਡੀ ਕੀਤਾ ਕਿ ਕਦੋਂ ਤੋਂ ਗ੍ਰਾਫੋਲੋਜੀ ਚੱਲ ਰਹੀ ਹੈ? ਗ੍ਰਾਫੋਲੋਜੀ ਤਕਰੀਬਨ ਜੇ ਜਿੰਨਾ ਮੈਂ ਗੂਗਲ ਤੇ ਦੇਖਿਆ ਜਾਂ ਜਦੋਂ ਅਸੀਂ ਪੜ੍ਹਿਆ ਸੀ ਤਾਂ ਸਾਨੂੰ ਦੱਸਿਆ ਗਿਆ ਸੀ, ਤਕਰੀਬਨ 400 ਸਾਲ ਤੋਂ ਇਹ ਸਾਇੰਸ ਹੈਗੀ ਹੈ। ਇਹ ਕੋਈ ਨਵੀਂ ਚੀਜ਼ ਨਹੀਂ। ਸਾਡੇ ਪੰਜਾਬੀਆਂ 'ਚ ਬਹੁਤ ਘੱਟ ਅਵੇਅਰਨੈਸ ਹੈ। ਹੁਣ ਵੀ ਮੈਂ ਜਿਹੜੇ ਰੈਗੂਲਰ ਕੇਸਿਸ ਕਰਦਾ, ਮੇਰੇ ਕੋਲ ਮਹਾਰਾਸ਼ਟਰ, ਬੰਗਲੌਰ, ਕੈਲਕਟਾ ਉਸ ਸਾਈਡ ਦੇ ਕੇਸਿਸ ਜ਼ਿਆਦਾ ਆਉਂਦੇ ਹੈਗੇ ਨੇ। ਨਾਰਥ ਇੰਡੀਆ 'ਚੋਂ ਜੇ ਉਧਰੋਂ 15-20 ਆਉਂਦੇ ਨੇ ਤੇ ਨਾਰਥ ਇੰਡੀਆ 'ਚੋਂ ਹਾਰਡਲੀ 2 ਜਾਂ 3 ਕੇਸ ਆਉਂਦੇ ਨੇ। ਹੁਣ ਚੰਡੀਗੜ੍ਹ ਹੋ ਗਿਆ, ਅੰਮ੍ਰਿਤਸਰ ਹੋ ਗਿਆ, ਜਲੰਧਰ, ਜਿਹੜੇ ਫੈਮਿਲੀਜ਼ ਕੁਝ ਬਾਹਰ ਗਈਆਂ ਨੇ ਉਹਨਾਂ ਦੇ ਜਿਹੜੇ, ਹੁਣ ਕੈਨੇਡਾ ਤੋਂ ਬਹੁਤ ਸਾਰੇ ਕੇਸਿਸ ਮੇਰੇ ਕੋਲ ਆਉਂਦੇ ਨੇ ਜਿਹੜੇ ਉੱਥੋਂ ਰੈਫਰ ਕਰਦੇ ਨੇ ਦਿੱਲੀ ਦੇ ਵਿੱਚ ਜਾਂ ਆਸ-ਪਾਸ NCR ਜਿਹੜਾ ਸਾਡਾ ਰੀਜਨ ਹੈ, ਉਹ ਕਹਿੰਦੇ ਕਿ ਤੁਸੀਂ ਜੋਲੀ ਅੰਕਲ ਕੋਲ ਜਾਓ ਤੇ ਤੁਹਾਡੀ ਇਹ ਪ੍ਰੋਬਲਮ ਜਿਹੜੀ ਇਸ ਤਰ੍ਹਾਂ ਠੀਕ ਹੋਏਗੀ। ਰਾਈਟ। ਤੇ ਕੀ ਤੁਹਾਨੂੰ ਇਸ ਤਰ੍ਹਾਂ ਲੱਗਦਾ ਕਿ ਕਈ ਲੋਕੀ ਇਹਨੂੰ ਇਸ ਤਰ੍ਹਾਂ ਵੀ ਲੈਂਦੇ ਨੇ ਕਿ ਜਿਸ ਤਰ੍ਹਾਂ ਅਸੀਂ ਕਿਸੇ ਜੋਤਸ਼ੀ ਕੋਲ ਜਾਂਦੇ ਆ, ਹੈਨਾ, ਕਿਸੇ ਪੰਡਿਤ ਕੋਲ ਜਾਂਦੇ ਆ, ਕੀ ਕਈ ਲੋਕੀ ਇਹਨੂੰ ਇਸ ਤਰ੍ਹਾਂ ਵੀ ਪਰਸੀਵ ਕਰਦੇ ਨੇ? ਬਹੁਤ ਸਾਰੇ ਲੋਕਾਂ ਨੂੰ ਜਿਨ੍ਹਾਂ ਨੂੰ ਬੇਸਿਕ ਇਹਦਾ ਨਹੀਂ ਪਤਾ ਹੁੰਦਾ, ਉਹਨਾਂ ਨੂੰ ਡੈਫੀਨੇਟਲੀ ਸ਼ੁਰੂ 'ਚ ਕਨਫਿਊਜ਼ਨ ਹੁੰਦਾ। ਲੇਕਿਨ ਮੈਂ ਕਦੀ ਵੀ ਜਲਦਬਾਜ਼ੀ ਨਹੀਂ ਕਰਦਾ। ਮੈਂ ਹਮੇਸ਼ਾ ਪਹਿਲੇ 15-20 ਮਿੰਟ ਲਗਾ ਕੇ ਗ੍ਰਾਫੋਲੋਜੀ ਦੇ ਬਾਰੇ ਉਹਨਾਂ ਨੂੰ ਚੰਗੀ ਤਰ੍ਹਾਂ ਬਰੀਫ ਕਰਦਾ ਕਿ ਗ੍ਰਾਫੋਲੋਜੀ ਹੈ ਕੀ। ਕਿਉਂਕਿ ਸਾਡਾ ਸਬਕੌਂਸ਼ੀਅਸ ਮਾਈਂਡ ਜਦ ਤੱਕ ਰੈਡੀ ਨਹੀਂ ਹੁੰਦਾ ਇੱਕ ਨਵੀਂ ਚੀਜ਼ ਨੂੰ ਐਕਸੈਪਟ ਕਰਨ ਲਈ, ਤਾਂ ਤੱਕ ਮੈਂ ਕੁਝ ਵੀ ਬੋਲਦਾ ਰਹਾਂ, ਕਿੰਨੀ ਵੀ ਦੇਰ ਬੋਲਦਾ ਰਹਾਂਗਾ, ਉਹਨਾਂ ਦਾ ਮਾਈਂਡ ਐਕਸੈਪਟ ਕਰੇਗਾ ਨਹੀਂ, ਉਸ ਨੂੰ ਸਟੋਰ ਨਹੀਂ ਕਰ ਪਾਏਗਾ ਜਦ ਤੱਕ ਉਹ ਪੂਰਾ ਡਾਟਾ। ਜਿਸ ਤਰ੍ਹਾਂ ਸਾਡਾ ਕੰਪਿਊਟਰ ਹੈਗਾ, ਲੈਪਟਾਪ, ਬਿਲਕੁਲ ਸਿੰਪਲ ਲੈਂਗੁਏਜ ਵਿੱਚ ਮੈਂ ਦੱਸਦਾ, ਇਹ ਸਾਡਾ ਫੋਨ ਹੈਗਾ ਜੀ। ਉਹਦੇ ਵਿੱਚ ਇੱਕ ਜਦੋਂ ਅਸੀਂ ਕੰਪਨੀ ਤੋਂ ਫੋਨ ਲੈ ਕੇ ਆਉਂਦੇ ਆ ਤੇ ਖਾਲੀ ਕੰਪਿਊਟਰ ਹੁੰਦਾ ਹੈਗਾ। ਲੇਕਿਨ ਹੁਣ ਜਿਹਦਾ ਟਰੈਵਲਿੰਗ ਦਾ ਕੰਮ ਹੈ, ਜਿਹਦਾ ਅਕਾਊਂਟਸ ਦਾ ਕੰਮ ਹੈ, ਜਾਂ ਕੋਈ 에ਅਰਲਾਈਨ ਨਾਲ ਹੈ ਜਾਂ ਹੋਟਲ ਇੰਡਸਟਰੀ ਨਾਲ ਕਨੈਕਟਡ ਹੈ, ਉਹ ਆਪਣੇ ਹਿਸਾਬ ਨਾਲ ਉਹਦੇ 'ਚ ਸੌਫਟਵੇਅਰ ਐਡ ਕਰਦੇ ਨੇ। ਡਿਜ਼ਾਈਨਿੰਗ ਵਾਲੇ ਨੇ ਉਹ ਆਪਣੇ ਹਿਸਾਬ ਨਾਲ ਸੌਫਟਵੇਅਰ ਐਡ ਕਰਦੇ ਨੇ ਔਰ ਉਸ ਹਿਸਾਬ ਨਾਲ ਉਹ ਕੰਪਿਊਟਰ ਜਿਹੜਾ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ। ਬਿਲਕੁਲ ਐਗਜ਼ੈਕਟਲੀ ਰੱਬ ਨੇ ਸਾਨੂੰ ਹਾਰਡਵੇਅਰ, ਹੱਥ, ਪੈਰ, ਨੱਕ, ਕੰਨ, ਮੂੰਹ ਤਕਰੀਬਨ ਸਭ ਨੂੰ ਇੱਕੋ ਜਿਹੇ ਦਿੱਤੇ ਨੇ। ਲੇਕਿਨ ਜਿਹੜਾ ਫਰਕ ਹੈਗਾ ਸਾਡੀ ਲਾਈਫ ਨੂੰ ਚਲਾਉਣ ਦਾ, ਹੁਣ ਇੱਕ ਆਰਡੀਨਰੀ ਬੰਦਾ ਕਿਸੇ ਆਫਿਸ ਵਿੱਚ ਅਸਿਸਟੈਂਟ ਲੈਵਲ ਤੇ ਜਾਂ ਸੈਕਸ਼ਨ ਆਫਿਸਰ ਤੇ ਜੁਆਇਨ ਕਰਦਾ ਔਰ ਉੱਥੇ ਹੀ ਵਿਚਾਰਾ ਉਹ ਰਿਟਾਇਰ ਹੋ ਜਾਂਦਾ। ਇੱਕ ਜਿਹੜਾ GM ਬਣ ਜਾਂਦਾ, CEO ਬਣ ਜਾਂਦਾ, ਡਾਇਰੈਕਟਰ ਕੰਪਨੀ ਦਾ ਬਣ ਜਾਂਦਾ। ਫਰਕ ਕੀ ਹੈਗਾ ਕਿ ਅਸੀਂ ਇਸ ਲੈਵਲ ਤੋਂ ਗਲੇ ਤੋਂ ਨੀਚੇ ਤੇ ਪਰਸਨੈਲਿਟੀ ਦਾ ਬੜਾ ਖਿਆਲ ਰੱਖਦੇ ਹਾਂ। ਇਹਦੇ ਲਈ ਅਸੀਂ ਕੱਪੜੇ ਚੰਗੇ, ਸ਼ੂਜ਼, ਘੜੀਆਂ, ਚਸ਼ਮਾ, ਹਰ ਚੀਜ਼ ਦਾ ਮਤਲਬ ਕਿ ਖਿਆਲ ਰੱਖਦੇ ਹਾਂ। ਲੇਕਿਨ ਇਸ ਤੋਂ ਉੱਤੇ ਜਿਹੜਾ ਬ੍ਰੇਨ, ਜਿਹੜੀ ਸਭ ਤੋਂ ਇੰਪੋਰਟੈਂਟ ਐਪ ਰੱਬ ਨੇ ਬਣਾ ਕੇ ਭੇਜੀ ਹੈ, ਅਸੀਂ ਦੁਨੀਆ ਭਰ ਦੀਆਂ ਫੋਨ ਦੇ ਉੱਤੇ ਤੇ ਗੂਗਲ ਤੇ ਐਪ ਯੂਜ਼ ਕਰ ਲੈਂਦੇ ਹਾਂ। ਲੇਕਿਨ ਜਿਹੜੀ ਸਾਡੀ ਲਾਈਫ ਦੀ ਸਭ ਤੋਂ ਇੰਪੋਰਟੈਂਟ ਐਪ ਹੈਗੀ ਹੈ ਸਾਡਾ ਦਿਮਾਗ, ਉਸ ਨੂੰ ਅਸੀਂ ਯੂਜ਼ ਕਰਨਾ ਭੁੱਲ ਜਾਂਦੇ ਹਾਂ। ਬਿਲਕੁਲ। ਜਿਵੇਂ ਅਸੀਂ ਇਸ ਨੂੰ ਯੂਜ਼ ਕਰਦੇ ਹਾਂ, ਉਸੇ ਤਰ੍ਹਾਂ ਹਰ ਦਿਨ ਨਹੀਂ, ਮੈਂ ਕਹਿ ਸਕਦਾ ਕਿ ਹਰ ਪਲ ਸਾਡੀ ਲਾਈਫ ਜਿਹੜੀ ਬਿਹਤਰ ਬਣ ਸਕਦੀ ਹੈ। ਹਾਂਜੀ ਬਿਲਕੁਲ, ਕਿਉਂਕਿ ਮਾਈਂਡ ਦੇ ਵਿੱਚ ਦੇਖੋ, ਜੇ ਮਾਈਂਡ ਕੰਮ ਕਰਨਾ ਇਨਸਾਨ ਦਾ ਬੰਦ ਕਰ ਦੇਵੇ ਤੇ ਸਾਰੀ ਬੋਡੀ ਜਿਹੜੀ ਹੈ ਉਹ ਯੂਜ਼ਲੈਸ ਹੋ ਜਾਂਦੀ ਹੈ। ਤੇ ਜਦੋਂ ਮਾਈਂਡ ਜਦੋਂ ਅੱਛਾ ਹੈ ਨਾ, ਮਤਲਬ ਕਿ ਵੈਸੇ ਤੇ ਚਲੋ ਕੋਈ ਵੀ ਅੰਗ ਹੈ ਜਿਹੜਾ ਕੰਮ ਕਰਨਾ ਹਟ ਜਾਵੇ, ਬਟ ਮਾਈਂਡ ਦੇ ਨਾਲ, ਕਿਉਂਕਿ ਮਾਈਂਡ ਸਾਰੀ ਬੋਡੀ ਨੂੰ ਕੰਟਰੋਲ ਕਰਦਾ, ਤੇ ਇਹਨੂੰ ਸਮਝਣਾ ਹਰ ਇਨਸਾਨ ਵਾਸਤੇ ਮੈਂ ਸੋਚਦੀ ਹਾਂ ਕਿ ਬਹੁਤ ਜ਼ਰੂਰੀ ਹੈ। ਇੱਕ ਸਵਾਲ ਸਾਡੇ ਕੋਲ ਹੋਰ ਆਇਆ ਆਤਮਜੀਤ ਜੀ ਕੋਲੋਂ, ਕਹਿੰਦੇ ਨੇ ਕਿ ਜਦੋਂ ਅਸੀਂ ਛੋਟੇ ਹੁੰਦੇ ਹਾਂ, ਸਕੂਲ 'ਚ ਸਾਨੂੰ ਕਰਸਿਵ ਰਾਈਟਿੰਗ ਜਿਹੜੀ ਹੈ ਉਹ ਸਿਖਾਈ ਜਾਂਦੀ ਹੈ ਤੇ ਉਦੋਂ ਸਾਡੀ ਰਾਈਟਿੰਗ ਕੰਪਲੀਟ ਹੁੰਦੀ ਹੈ, ਮੀਨਸ ਅਕੋਰਡਿੰਗ ਟੂ ਗ੍ਰਾਫੋਲੋਜੀ। ਪਰ ਜਦੋਂ ਅਸੀਂ ਵੱਡੇ ਹੋ ਜਾਂਦੇ ਹਾਂ, ਸਾਡੀ ਹੈਂਡ ਰਾਈਟਿੰਗ 'ਚ ਫਰਕ ਆ ਜਾਂਦਾ ਹੈ।
ਅਸੀਂ ਆਪਣੇ ਅਕੋਰਡਿੰਗ ਸਟਾਈਲਿਸ਼ ਲਿਖਾਈ ਕਰਦੇ ਹਾਂ, ਜਿਸ ਨਾਲ ਰਾਈਟਿੰਗ ਪੈਟਰਨ ਚੇਂਜ ਹੋ ਜਾਂਦਾ ਹੈ। ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਗ੍ਰਾਫੋਲੋਜੀ ਦੀ ਇੰਪੋਰਟੈਂਸ ਸ਼ੁਰੂ ਤੋਂ ਹੀ ਬੱਚਿਆਂ ਨੂੰ ਦੱਸੀ ਜਾਏ? ਐਕਚੁਅਲੀ ਇਹ ਹੈਂਡਰਾਈਟਿੰਗ ਦਾ ਪੈਟਰਨ ਨਹੀਂ ਚੇਂਜ ਹੁੰਦਾ ਹੈਗਾ ਆਪਣੇ ਆਪ। ਸਾਡਾ ਜਿਵੇਂ ਜਿਵੇਂ ਉਮਰ ਵੱਧਦੀ ਹੈ, ਸਾਡਾ ਥਾਟ ਪ੍ਰੋਸੈਸ ਜਿਵੇਂ ਜਿਵੇਂ ਚੇਂਜ ਹੁੰਦਾ ਹੈ, ਜਿਵੇਂ ਸਾਡੇ ਆਸ-ਪਾਸ ਦਾ ਮਾਹੌਲ ਹੁੰਦਾ ਹੈ, ਉਸ ਦਾ ਇੰਪੈਕਟ ਸਾਡੇ ਦਿਮਾਗ ਤੇ ਪੈਂਦਾ ਹੈ। ਔਰ ਕਿਉਂਕਿ ਸਾਡੀਆਂ ਉਂਗਲੀਆਂ ਨੂੰ ਨਹੀਂ ਪਤਾ ਕਿ ਸਾਡਾ ਨਾਂ ਕੀ ਹੈ, ਅਸੀਂ ਪੈਨ ਪੈਨਸਿਲ ਜਾਂ ਕੋਈ ਵੀ ਡਿਵਾਈਸ ਯੂਜ਼ ਕਰਦੇ ਹਾਂ ਲਿਖਣ ਲਈ, ਉਹਨੂੰ ਨਹੀਂ ਪਤਾ ਕਿ ਅਸੀਂ ਕੀ ਲਿਖਣਾ ਹੈ, ਕਿੱਦਾਂ ਲਿਖਣਾ ਹੈ। ਤੇ ਉਹ ਸਾਰੇ ਸਿਗਨਲ ਸਾਨੂੰ ਸਾਡੇ ਦਿਮਾਗ ਤੋਂ ਮਿਲਦੇ ਨੇ, ਜਿਹੜੇ ਬਚਪਨ ਤੋਂ ਸਾਡਾ ਜਨਮ ਹੁੰਦਾ ਹੈ ਤੇ ਦਿਮਾਗ ਸਾਡਾ ਉਸ ਟਾਈਮ ਕੰਮ ਕਰਨਾ ਸ਼ੁਰੂ ਕਰਦਾ ਹੈ। ਔਰ ਆਖਰੀ ਮੂਮੈਂਟ ਤੇ ਜਦੋਂ ਬ੍ਰੇਨ ਡੈਥ ਹੁੰਦੀ ਹੈ ਤੇ ਉਸ ਤੋਂ ਬਾਅਦ ਬਾਕੀ ਆਰਗਨ ਹੌਲੀ ਹੌਲੀ 3-4 ਘੰਟੇ ਬਾਅਦ 5 ਘੰਟੇ ਬਾਅਦ ਉਹਨਾਂ ਦੀ ਡੈਥ ਹੁੰਦੀ ਹੈ ਤੇ ਫਿਰ ਪੂਰੀ ਮਤਲਬ ਕਿ ਬੋਡੀ ਕਹਿੰਦੇ ਜੀ ਠੰਡੀ ਹੋ ਗਈ। ਤੇ ਕਿਉਂਕਿ ਬਾਕੀ ਜਿਹੜੇ ਲੀਵਰ ਨੇ ਜਾਂ ਕਿਡਨੀ ਨੇ ਉਹ ਤਕਰੀਬਨ 3-4 ਘੰਟੇ ਤੱਕ ਵੀ ਬਾਅਦ ਵਿੱਚ ਐਕਟਿਵ ਰਹਿੰਦੇ ਨੇ ਸਾਡੀ ਡੈਥ ਤੋਂ ਬਾਅਦ ਵੀ। ਜੀ ਸਭ ਤੋਂ ਪਹਿਲੇ ਬ੍ਰੇਨ ਡੈਥ ਹੁੰਦੀ ਹੈ, ਉਹ ਜਨਮ ਦੇ ਨਾਲ ਹੀ ਹੈ ਜਿਹੜਾ ਸ਼ੁਰੂ ਹੁੰਦਾ ਹੈ। ਲੇਕਿਨ ਹਰ ਦਿਨ ਜਿਵੇਂ ਦਾ ਸਾਡਾ ਆਸ-ਪਾਸ ਦਾ ਮਾਹੌਲ ਹੈ, ਜਿਵੇਂ ਦਾ ਸਾਡਾ ਹੈਗਾ, ਉਹਦਾ ਅਸਰ ਸਾਡੇ ਮਾਈਂਡ ਤੇ ਪੈਂਦਾ ਹੈ। ਔਰ ਉਹੀ ਚੀਜ਼ ਜਿਹੜੀ ਹੈ ਇਨ ਦੀ ਫਾਰਮ ਆਫ ਰਿਫਲੈਕਸ਼ਨ, ਉਹਨੂੰ ਕਹਿ ਲਓ, ਐਕਸਰੇ ਕਹਿ ਲਓ, ECG ਕਹਿ ਲਓ, ਸਾਡੇ ਦਿਮਾਗ ਦੀ ਜਿਹੜੀ ਹੈਂਡਰਾਈਟਿੰਗ ਦੇ ਥਰੂ ਉਹ ਸਾਡੇ ਸਾਹਮਣੇ ਆਉਂਦੀ। ਜੇ ਬਚਪਨ ਤੋਂ ਮੈਂ ਈਵਨ ਮੇਰੇ ਕੋਲ ਨਿਊਜ਼ਪੇਪਰ ਦੇ ਐਡੀਟਰ ਉਸ ਦਿਨ ਇੱਕ ਆਏ ਹੋਏ ਸੀ, ਚੰਗੇ ਵੱਡੇ ਪੇਪਰ ਦੇ ਐਡੀਟਰ ਸੀ। ਮੈਂ ਉਹਨਾਂ ਨੂੰ ਜਿਹੜੀ ਨਰਸਰੀ ਦੇ ਵਿੱਚ ਕਾਪੀ ਲਗਾਉਂਦੇ ਨੇ ਕਰਸਿਵ ਰਾਈਟਿੰਗ ਦੀ, ਮੈਂ ਉਹਨਾਂ ਨੂੰ ਉਹ ਕਾਪੀ ਕਿਹਾ, ਮੈਂ ਕਿਹਾ 10 ਰੁਪਏ ਦੀ ਕਾਪੀ ਲੈ ਕੇ ਕਮ ਸੇ ਕਮ 2-3 ਕਾਪੀਆਂ ਲਿਖ ਕੇ ਮੇਰੇ ਕੋਲ ਆਣਾ ਹੁਣ ਤੁਸੀਂ। ਅੱਛਾ। ਕਿਉਂਕਿ ਉਹਨਾਂ ਦੇ ਅੰਦਰ ਬਹੁਤ ਜ਼ਿਆਦਾ ਐਗਰੈਸ਼ਨ ਸੀ, ਉਹਨਾਂ ਦੀ ਸਟਾਫ ਦੇ ਨਾਲ ਟਿਊਨਿੰਗ ਨਹੀਂ ਹੋ ਰਹੀ ਸੀ, ਉਹ ਬਹੁਤ ਸ਼ਾਰਪ ਐਂਗਲ ਬਣਾ ਰਹੇ ਸੀ। ਹੁਣ ਜਿਵੇਂ USA ਦੇ ਪ੍ਰੈਜ਼ੀਡੈਂਟ ਹੈਗੇ ਡੋਨਲਡ ਟਰੰਪ, ਇਹਨਾਂ ਦੇ ਸਾਈਨ ਦੇਖੇ ਜਾਣ ਤੇ ਜਦੋਂ ਇਹ ਬਣੇ ਸੀ, ਮੈਂ ਉਸ ਤੋਂ ਪਹਿਲੇ ਦੇਖੇ ਸੀ, ਉਸ ਤੋਂ ਬਾਅਦ ਵੀ ਦੇਖੇ, ਕਾਫੀ ਚੇਂਜ ਹੁਣ ਫੇਰ ਆਇਆ। ਤੇ ਹਰ ਦਿਨ ਇਹਨਾਂ ਦੇ ਅੰਦਰ ਐਗਰੈਸ਼ਨ ਵੱਧਦਾ ਜਾ ਰਿਹਾ। ਉਹਨਾਂ ਦੇ ਸਾਈਨ ਹੀ ਤੁਸੀਂ ਦੇਖੋ, ਤਕਰੀਬਨ 15-20 ਤੀਰ ਕਮਾਨ ਜਿਵੇਂ ਹੁੰਦੇ ਨੇ ਨਾ, ਤੀਰ ਤਲਵਾਰ, ਇਸ ਤਰ੍ਹਾਂ ਦੇ ਸ਼ਾਰਪ ਐਂਗਲ ਬਣੇ ਨੇ। ਜਿਹੜੀ ਇਸ ਤਰ੍ਹਾਂ ਦੀ ਪਰਸਨੈਲਿਟੀ ਹੈ, ਉਸ ਸਾਹਮਣੇ ਵਾਲੇ ਨੂੰ ਇਨਸਾਨ ਆਪਣੇ ਲੈਵਲ ਦਾ ਨਹੀਂ ਸਮਝਦੇ। ਜੋ ਉਹਨਾਂ ਦੇ ਮਨ ਚ ਆਉਂਦਾ ਉਹ ਉਹੀ ਕਰਨਾ ਚਾਹੁੰਦੇ ਨੇ, ਉਹਨੂੰ ਡਿਕਟੇਟ ਕਰਨਾ ਚਾਹੁੰਦੇ ਨੇ। ਤੇ ਉਹਦੇ ਨਾਲ ਕੀ ਹੁੰਦਾ ਹੈਗਾ ਕਿ ਸਾਡੀ ਬਾਕੀ ਸਾਰੀ, ਅੱਜ ਸਾਡੇ ਕੋਲ ਕਿੰਨਾ ਵੀ ਪੈਸਾ ਹੈ, ਕਿੰਨੀ ਵੀ ਪਾਵਰ ਹੈਗੀ ਹੈ, ਲੇਕਿਨ ਅਸੀਂ ਇਕੱਲੇ ਸਰਵਾਈਵ ਨਹੀਂ ਕਰ ਸਕਦੇ। ਸਾਨੂੰ ਦੂਸਰਿਆਂ ਦਾ ਸਾਥ ਚਾਹੀਦਾ ਹੈ। ਜਦ ਤੱਕ ਉਹਨਾਂ ਨਾਲ ਪ੍ਰੋਪਰ ਸਾਡਾ ਤਾਲਮੇਲ ਨਹੀਂ ਹੋਏਗਾ, ਸਾਡੀ ਟਿਊਨਿੰਗ ਉਹਨਾਂ ਨਾਲ ਅੱਛੀ ਨਹੀਂ ਹੋ ਪਾਏਗੀ ਔਰ ਸਾਨੂੰ ਸਕਸੈਸ ਨਹੀਂ ਮਿਲ ਸਕਦੀ। ਤੇ ਲਾਈਫ ਵਿੱਚ ਬਹੁਤ ਅੱਛਾ, ਲੇਕਿਨ ਐਟ ਦਾ ਸੇਮ ਟਾਈਮ ਹੁਣ ਜਿਵੇਂ ਇੱਕੋ ਹੀ ਨਾਂ ਹੈ, ਜਿਵੇਂ ਵਿਜੇ ਕੁਮਾਰ, ਮੈਂ ਇੱਕ ਐਗਜ਼ਾਮਪਲ ਲੈ ਲੈਣਾ। ਵਿਜੇ ਕੁਮਾਰ ਮੇਰੇ ਕੋਲ ਆਉਂਦਾ, ਜੇ ਇੱਕੋ ਐਜ਼ ਅ ਬਿਜ਼ਨਸਮੈਨ ਆਉਂਦਾ, ਐਜ਼ ਅ ਸ਼ਾਪਕੀਪਰ ਆਉਂਦਾ, ਜਾਂ ਉਹਦਾ ਕੋਈ ਸਟੋਰ ਹੈਗਾ, ਤੇ ਉਹਦੇ ਸਾਈਨ ਦਾ ਪੈਟਰਨ ਬਿਲਕੁਲ ਅਲੱਗ ਹੋਏਗਾ। ਲੇਕਿਨ ਵਿਜੇ ਕੁਮਾਰ ਜੇ ਪਲੇਅਰ ਹੈਗਾ, ਉਹਦੇ ਸਾਈਨ 'ਚ ਮੈਨੂੰ ਐਗਰੈਸ਼ਨ ਦੀ ਥੋੜੀ ਲੋੜ ਪਏਗੀ, ਉਹਨੂੰ ਮੈਂ ਸਗੋਂ ਐਗਰੈਸ਼ਨ ਕ੍ਰੀਏਟ ਕਰਦਾ। ਕਿਉਂਕਿ ਜੇ ਉਸ ਦੇ ਅੰਦਰ ਐਗਰੈਸ਼ਨ ਨਹੀਂ ਹੋਏਗਾ, ਉਹ ਕਦੀ ਵੀ ਮੈਚ ਜਿੱਤ ਨਹੀਂ ਸਕਦਾ, ਲਾਈਫ ਵਿੱਚ ਉਹ ਅੱਗੇ ਨਹੀਂ ਵੱਧ ਪਾਏਗਾ। ਐਡਵੋਕੇਟ ਆਉਂਦੇ ਨੇ, ਉਹਨਾਂ 'ਚ ਵੀ ਸਲਾਈਟਲੀ ਐਗਰੈਸ਼ਨ ਦੱਸਣਾ ਪੈਂਦਾ, ਅਦਰਵਾਈਜ਼ ਸਾਹਮਣੇ ਵਾਲਾ ਜਿਹੜਾ ਐਡਵੋਕੇਟ ਹੈਗਾ ਉਹ ਉਹਨਾਂ ਨੂੰ ਗੱਲ ਵੀ ਨਹੀਂ ਕਰਨ ਦੇਗਾ, ਸਟੈਂਡ ਵੀ ਨਹੀਂ ਹੋਣ ਦੇਗਾ ਕੋਰਟ ਦੇ ਵਿੱਚ। ਤੇ ਇਹ ਡਿਪੈਂਡ ਕਰਦਾ ਕਿ ਨਾ ਇੱਕੋ ਹੀ ਹੁੰਦਾ ਹੈ, ਲੇਕਿਨ ਸਾਡੀ ਲਾਈਫ ਕੀ ਹੈ, ਲਾਈਫ ਸਟਾਈਲ ਕੀ ਹੈ, ਕਿਸ ਤਰ੍ਹਾਂ ਅਸੀਂ ਕਿਸ ਮਾਹੌਲ ਵਿੱਚ ਜੀ ਰਹੇ ਹਾਂ, ਉਹਦੇ ਅਕੋਰਡਿੰਗਲੀ ਸਾਨੂੰ ਇਹ ਸਾਈਨ ਜਿਹੜੇ ਨੇ ਔਰ ਉਹਦੀ ਫਾਰਮੇਸ਼ਨ ਜਿਹੜੀ ਉਹ ਚੇਂਜ ਕਰਨੀ ਪੈਂਦੀ। ਓਕੇ, ਸੋ ਇਨ ਅਦਰ ਵਰਡਸ ਕਿ ਤੁਸੀਂ ਸਿਗਨੇਚਰ ਤੋਂ ਬੰਦੇ ਨੂੰ ਜੱਜ ਕਰਕੇ ਤੇ ਉਹਦੀ ਪਰਸਨੈਲਿਟੀ ਡਿਵੈਲਪਮੈਂਟ 'ਚ ਹੈਲਪ ਕਰਦੇ ਹੋ। ਹਾਂ, ਦੇਖੋ ਬਾਹਰ ਦੀ ਪਰਸਨੈਲਿਟੀ ਮੈਂ ਜਿੱਦਾਂ ਦੱਸਿਆ, ਉਹ ਤੇ ਅਸੀਂ ਕੋਈ ਵੀ ਆਦਮੀ ਪੈਸੇ ਦੇ ਜ਼ੋਰ ਦੇ ਉੱਤੇ ਜਾਂ ਕਿਸੇ ਦੀ ਵੀ ਗਾਈਡੈਂਸ ਨਾਲ ਕਰ ਸਕਦਾ ਹੈ, ਲੇਕਿਨ ਇਨਰ ਪਰਸਨੈਲਿਟੀ ਜਿਹੜੀ ਹੈ, ਮੈਂ ਮਤਲਬ ਕਿ ਹੁਣ ਜਿਹੜੇ ਕੋਵਿਡ ਦੇ ਦੌਰਾਨ ਵੀ ਮੈਂ ਬਹੁਤ ਸਾਰੇ ਤਕਰੀਬਨ 15-20 ਸ਼ੋਅ ਕੀਤੇ ਮੈਂ ਇੱਥੇ ਅਲੱਗ-ਅਲੱਗ ਚੈਨਲਸ ਦੇ ਨਾਲ। ਉਹਦੇ 'ਚ ਸਭ ਤੋਂ ਇੰਪੋਰਟੈਂਟ ਚੀਜ਼ ਹੈਗੀ ਕਿ ਸਾਨੂੰ ਇੱਕ ਸਟਰੋਂਗ ਮਾਈਂਡ ਸੈਟ ਚਾਹੀਦਾ ਹੈ। ਸਟਰੋਂਗ ਮਾਈਂਡ ਸੈਟ ਦੇ ਨਾਲ ਸਾਨੂੰ
ਮਾਈਂਡ ਦਾ ਬੈਲੈਂਸ ਮੇਨਟੇਨ ਕਰਨਾ ਆਉਣਾ ਚਾਹੀਦਾ ਹੈਗਾ, ਕਿਉਂਕਿ ਹਾਲਾਤ ਕਦੀ ਵੀ ਸਾਡੀ ਮਰਜ਼ੀ ਮੁਤਾਬਿਕ ਨਹੀਂ ਹੋ ਸਕਦੇ, ਪੋਸੀਬਲ ਹੀ ਨਹੀਂ ਹੈ। ਸਾਨੂੰ ਹਮੇਸ਼ਾ ਹਰ ਟਾਈਮ ਹਾਲਾਤ ਦੇ ਨਾਲ ਮਤਲਬ ਕਿ ਐਡਜਸਟ ਕਰਨ ਲਈ ਆਪਣੇ ਆਪ ਨੂੰ ਤਿਆਰ ਕਰਨਾ ਪੈਂਦਾ ਹੈ। ਜਦ ਤੱਕ ਮੈਂ ਲੋਕਾਂ ਨੂੰ ਸਮਝਾਣਾ, ਜਦ ਤੱਕ ਤੁਹਾਡੇ ਜਾਨ ਦੇ ਉੱਤੇ ਨਹੀਂ ਬਾਣ ਆਈ, ਜਦ ਤੱਕ ਤੁਹਾਡੇ ਜਾਨ ਦਾ ਰਿਸਕ ਨਹੀਂ ਹੈਗਾ, ਤਾਂ ਤੱਕ ਅਨਨੈਸੈਸਰੀ ਚਿੰਤਾ ਡਿਪਰੈਸ਼ਨ ਕਰਨ ਦੀ ਲੋੜ ਨਹੀਂ ਹੈ। ਤੁਸੀਂ ਉਸ ਨੂੰ ਮੈਨੇਜ ਕਰ ਸਕਦੇ ਹੋ ਔਰ ਬੜਾ ਈਜ਼ੀਲੀ ਕੀਤਾ ਜਾ ਸਕਦਾ ਹੈਗਾ। ਲੇਕਿਨ ਮੇਨ ਚੀਜ਼ ਹੈਗੀ ਹੈ ਕਿ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਿੱਖ ਕੇ ਉਹ ਟਾਈਮਲੀ ਜਦੋਂ ਸਾਡੇ ਤੇ ਉਸ ਤਰ੍ਹਾਂ ਦੇ ਸਰਕਮਸਟੈਂਸਸ ਬਣ ਜਾਣ ਔਰ ਅਸੀਂ ਉਸ ਟਾਈਮ ਇਸ ਨੂੰ ਸਹੀ ਤਰੀਕੇ ਨਾਲ ਯੂਜ਼ ਕਰ ਪਾਈਏ। ਫਿਰ ਪਰ ਕਈ ਵਾਰੀ ਇਸ ਤਰ੍ਹਾਂ ਜੀ ਜੋਲੀ ਜੀ, ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਅਸੀਂ ਸਾਡੇ ਸਿਗਨੇਚਰ ਤਾਂ ਆਲਮੋਸਟ ਸੇਮ ਹੀ ਰਹਿੰਦੇ ਆ, ਹੈ ਨਾ, ਤੇ ਪਰ ਲਾਈਫ ਦੇ ਵਿੱਚ ਕੋਈ ਸ਼ਾਰਟ ਪੀਰੀਅਡ ਆਫ ਟਾਈਮ ਵਾਸਤੇ ਤੁਹਾਡਾ ਜਿਹੜਾ ਮਾਈਂਡ ਆ ਉਹ ਅਪਸੈਟ ਆ, ਜਾਂ ਤੁਸੀਂ ਕਿਸੇ ਕ੍ਰਾਈਸਿਸ ਥਰੂ ਜਾ ਰਹੇ ਹੋ ਜੀ, ਹੈ ਨਾ, ਤੇ ਉਦੋਂ ਫਿਰ ਤੁਸੀਂ ਕਿਸ ਤਰ੍ਹਾਂ ਮਤਲਬ ਕਿ ਸੇਮ ਸਿਗਨੇਚਰ ਤੋਂ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਦਾ ਕਿ ਇਹ ਬੰਦਾ ਹੁਣ ਇਸ ਟਾਈਮ ਤੇ ਜਿਹੜਾ ਇਹ ਲੋ ਫੀਲ ਕਰ ਰਿਹਾ ਜਾਂ ਕਿਸੇ ਕ੍ਰਾਈਸਿਸ ਚੋਂ ਗੁਜ਼ਰ ਰਿਹਾ, ਤਾਂ ਕਿ ਤੁਸੀਂ ਉਸ ਦੇ ਮਾਈਂਡ ਨੂੰ ਇਸ ਤਰ੍ਹਾਂ ਮਤਲਬ ਕਿ ਟ੍ਰੇਨ ਕਰੋ ਕਿ ਉਹ ਉਹਦੇ ਵਿੱਚੋਂ ਨਿਕਲ ਸਕੇ? ਨਹੀਂ, ਸਿਗਨੇਚਰ ਕਦੇ ਵੀ ਹਮੇਸ਼ਾ ਸੇਮ ਨਹੀਂ ਰਹਿੰਦੇ। ਤੁਸੀਂ ਕਿਸੇ ਦਿਨ ਹੁਣੇ ਤੁਸੀਂ ਟਰਾਈ ਕਰਕੇ ਦੇਖੋ, ਜਦੋਂ ਤੁਹਾਡਾ ਮੂਡ ਬਿਲਕੁਲ ਨਾਰਮਲ ਹੋਏਗਾ, ਸਾਰੀਆਂ ਕੰਡੀਸ਼ਨਸ ਬਿਲਕੁਲ ਨਾਰਮਲ ਹੋਣਗੀਆਂ, ਤੁਹਾਡੇ ਸਾਈਨ ਨਾਰਮਲ ਹੋਣਗੇ। ਲੇਕਿਨ ਜਦੋਂ ਕਿਤੇ ਬਹੁਤ ਜ਼ਿਆਦਾ ਖੁਸ਼ੀ ਹੈ, ਤੁਸੀਂ ਬਹੁਤ ਜ਼ਿਆਦਾ ਐਕਸਾਈਟਿਡ ਹੋ, ਕੋਈ ਤੁਸੀਂ ਐਗਜ਼ਾਮ ਦਿੱਤਾ, ਤੁਹਾਡੇ ਰਿਜ਼ਲਟ ਬਹੁਤ ਅੱਛਾ ਆ ਗਿਆ ਹੈਗਾ, ਕੋਈ ਫੇਵਰੇਬਲ ਤੁਹਾਡੀ ਮਰਜ਼ੀ ਦੇ ਮੁਤਾਬਿਕ ਕੰਮ ਹੋ ਗਿਆ, ਜਾਂ ਕੁਝ ਨੈਗੇਟਿਵ ਹੋ ਗਿਆ, ਜੋ ਕੁਝ ਅਸੀਂ ਐਕਸਪੈਕਟ ਕਰ ਰਹੇ ਸੀ ਲਾਈਫ ਵਿੱਚ ਉਸ ਤਰ੍ਹਾਂ ਨਹੀਂ ਸਾਨੂੰ ਰਿਜ਼ਲਟ ਮਿਲਿਆ ਔਰ ਉਹ ਨੈਗੇਟਿਵ ਹੋ ਗਿਆ, ਤੇ ਤੁਸੀਂ ਇਹ ਤਿੰਨੋਂ ਕੰਡੀਸ਼ਨਸ ਦੇ ਵਿੱਚ ਦੇਖੋਗੇ ਸਾਡੇ ਸਾਈਨ ਵਿੱਚ ਫਰਕ ਆ ਜਾਏਗਾ। ਜਿਸ ਵਕਤ ਸਾਡੇ ਦਿਮਾਗ ਤੇ ਜ਼ਰਾ ਜਿਹਾ ਵੀ ਪ੍ਰੈਸ਼ਰ ਵੱਧਦਾ ਹੈਗਾ ਤੇ ਸਾਡੇ ਪੈਨ ਦੇ ਉੱਤੇ ਵੀ ਪ੍ਰੈਸ਼ਰ ਆ ਜਾਂਦਾ ਹੈ। ਉਹ ਪੈਨ ਜਦੋਂ ਅਸੀਂ ਲਿਖਾਂਗੇ ਔਰ ਜੇ ਨੀਚੇ ਹਾਰਡ ਸਰਫੇਸ ਨਹੀਂ, ਅਸੀਂ ਕੋਈ ਕਾਪੀ ਜਾਂ ਮੈਗਜ਼ੀਨ ਜਾਂ ਕੋਈ ਵੀ ਚੀਜ਼ ਰੱਖਦੇ ਹੈਗੇ ਆ, ਤੇ ਉਸ ਸਾਡੇ ਸਿਗਨੇਚਰ ਪੇਪਰ ਦੀ ਬੈਕ ਸਾਈਡ ਤੇ ਵੀ ਸਾਨੂੰ ਟੱਚ ਕਰਦੇ ਫੀਲ ਹੁੰਦਾ ਹੈਗਾ ਕਿ ਵੀ ਇਹਦਾ ਇੰਪ੍ਰੈਸ਼ਨ ਪਿੱਛੇ ਆ ਰਿਹਾ ਹੈ। ਜੇ ਉਹ ਇੰਪ੍ਰੈਸ਼ਨ ਪਿੱਛੇ ਆ ਰਿਹਾ ਮੀਨਸ ਕਿ ਸਾਡੇ ਦਿਮਾਗ ਤੇ ਇਸ ਟਾਈਮ ਪ੍ਰੈਸ਼ਰ ਵੱਧ ਰਿਹਾ। ਹੁਣ ਜਿਹੜੇ ਲੋਕੀ ਬਹੁਤ ਜ਼ਿਆਦਾ ਡਿਪਰੈਸ਼ਨ ਵਿੱਚ ਹੁੰਦੇ ਨੇ ਜਾਂ ਸੁਸਾਈਡ ਕਰਦੇ ਨੇ, ਉਹਨਾਂ ਦੀ ਹੈਂਡਰਾਈਟਿੰਗ ਪਲੇਨ ਪੇਪਰ ਦੇ ਉੱਤੇ ਜੇ ਦੇਖੋ ਤੇ ਉਹ ਲਿਖਦੇ ਲਿਖਦੇ ਰਾਈਟ ਹੈਂਡ ਸਾਈਡ ਨੂੰ ਡਾਊਨਵਰਡਸ ਜਾਣਾ ਸ਼ੁਰੂ ਹੋ ਜਾਂਦੇ ਨੇ, ਤੇ ਮੀਨਸ ਕਿ ਵੀ ਉਹਨਾਂ ਦੇ ਜਿਹੜੇ ਥਾਟਸ ਹੈਗੇ ਨੇ ਉਹ ਨੈਗੇਟਿਵ ਚੱਲ ਰਹੇ ਨੇ ਇਸ ਟਾਈਮ, ਉਹਨਾਂ ਨੂੰ ਲਾਈਫ ਵਿੱਚ ਕੁਝ ਵੀ ਚੰਗਾ ਨਹੀਂ ਲੱਗ ਰਿਹਾ। ਇੱਕ ਸੈਕਿੰਡ ਵਿੱਚ ਸਾਈਨ ਦੇਖਦੇ ਹੀ ਮੈਨੂੰ ਪਤਾ ਲੱਗ ਜਾਂਦਾ ਹੈਗਾ ਕਿ ਇਹ ਬਹੁਤ ਜ਼ਿਆਦਾ ਡਿਪਰੈਸ਼ਨ ਵਿੱਚ ਹੈਗਾ, ਔਰ ਜੇ ਬਹੁਤ ਜ਼ਿਆਦਾ ਮਤਲਬ ਕਿ 5-7-10 ਲਾਈਨਾਂ ਲਿਖਦੇ ਨੇ ਉਹ ਸਾਰੀਆਂ ਰਾਈਟ ਹੈਂਡ ਸਾਈਡ ਤੇ ਜਾ ਰਹੀਆਂ ਨੇ, ਤੇ ਮੈਨੂੰ ਡਰ ਲੱਗਦਾ ਕਿ ਇਹ ਬੰਦਾ ਕਿਧਰੇ ਨਾ ਕਿਧਰੇ ਕੋਈ ਗਲਤ ਸਟੈਪ ਨਾ ਲੈ ਲੇ, ਕੋਈ ਸੁਸਾਈਡ ਨਾ ਕਰ ਲੈ। ਓਕੇ, ਕਿਉਂਕਿ ਮੈਂ ਕਾਫੀ ਟਾਈਮ ਤੱਕ ਇੱਥੇ ਦਿੱਲੀ 'ਚ ਬਹੁਤ ਵੱਡੀ ਜੇਲ੍ਹ ਹੈਗੀ ਤਿਹਾੜ ਜੇਲ੍ਹ, ਤੇ ਉੱਥੇ ਵੀ ਮੈਂ ਜਾਂਦਾ ਰਿਹਾ, ਉੱਥੇ ਵੀ ਮੈਂ ਬਹੁਤ ਟਾਈਮ ਤੱਕ ਮਤਲਬ ਕਿ ਲੈਕਚਰ ਵੀ ਦਿੱਤੇ ਹੈਗੇ, ਔਰ ਇਹ ਚੀਜ਼ਾਂ ਮੈਂ ਕਈ ਵਾਰੀ ਉੱਥੇ ਵੀ ਐਨਾਲਾਈਜ਼ ਕੀਤੀਆਂ ਹੈਗੀਆਂ। ਤੇ ਜਿਸ ਆਦਮੀ ਦੇ ਦਿਮਾਗ ਵਿੱਚ ਬਹੁਤ ਜ਼ਿਆਦਾ ਜ਼ਰੂਰਤ ਪ੍ਰੈਸ਼ਰ ਹੈ, ਕੰਮ ਦਾ ਪ੍ਰੈਸ਼ਰ ਹੈਗਾ ਜਾਂ ਫਾਈਨੈਂਸ਼ੀਅਲ ਪ੍ਰੈਸ਼ਰ ਆ ਗਿਆ ਹੈਗਾ, ਤੇ ਉਹਦੀ ਹੈਂਡਰਾਈਟਿੰਗ 100% ਰਾਈਟ ਹੈਂਡ ਸਾਈਡ ਨੂੰ, ਸਿਗਨੇਚਰ ਉਹਦੇ ਰਾਈਟ ਹੈਂਡ ਸਾਈਡ ਨੂੰ ਨੀਚੇ ਵੱਲ ਜਾਣੇ ਸ਼ੁਰੂ ਹੋਣਗੇ। ਜਿਸ ਆਦਮੀ ਦੀ ਸੋਚ ਪੋਜ਼ਿਟਿਵ ਹੈਗੀ, ਆਪਟੀਮਿਸਟਿਕ ਹੈਗਾ, ਉਹ ਜਦੋਂ ਵੀ ਸਾਈਨ ਕਰੇਗਾ ਤੇ ਹਮੇਸ਼ਾ ਉਹਦੇ ਸਾਈਨ, ਉਹਦੀ ਹੈਂਡਰਾਈਟਿੰਗ ਜਿੱਥੋਂ ਅਸੀਂ ਸ਼ੁਰੂ ਕਰ ਰਹੇ ਹਾਂ ਉੱਥੋਂ ਸਲਾਈਟਲੀ ਅਪਵਰਡਸ ਜਾਂਦੇ। ਮੈਂ ਇਸੇ ਕਰਕੇ ਹਮੇਸ਼ਾ ਸਾਰਿਆਂ ਨੂੰ ਰਿਕਮੈਂਡ ਕਰਦਾ, ਕਿਉਂਕਿ ਸਾਨੂੰ ਹਰ ਦਿਨ ਕੁਛ ਨਾ ਕੁਛ ਆਪਣੀ ਲਾਈਫ ਵਿੱਚ ਵੈਲਿਊ ਐਡੀਸ਼ਨ ਕਰਨਾ ਚਾਹੀਦਾ ਹੈ, ਤਾਂ ਜ਼ਿੰਦਗੀ ਜੀਣ ਦਾ ਮਜ਼ਾ ਆਉਂਦਾ ਹੈ, ਤਾਂ ਅਸੀਂ ਦੂਸਰਿਆਂ ਨਾਲੋਂ ਥੋੜਾ ਜਿਹਾ ਅੱਗੇ ਜਾ ਸਕਦੇ ਹਾਂ, ਤਾਂ ਅਸੀਂ ਵੱਧ ਸਕਦੇ ਹੈਗੇ। ਤੇ ਮੈਂ ਸਭ ਨੂੰ ਰਿਕਮੈਂਡ ਕਰਦਾ ਕਿ ਇੱਕ ਸਿੰਪਲ ਸਟੈਪ ਜ਼ਰੂਰ ਮਾਈਂਡ ਵਿੱਚ ਰੱਖੋ ਕਿ ਜਦੋਂ ਵੀ ਸਾਈਨ ਕਰੋ 30 to 40 ਡਿਗਰੀ ਦੇ ਐਂਗਲ ਦੇ ਉੱਤੇ ਤੁਸੀਂ ਕਰੋ। ਉਹਦੇ ਨਾਲ ਕੀ ਹੈ ਕਿ ਮਾਈਂਡ ਨੂੰ ਇੱਕ ਕੰਟੀਨਿਊਸ ਮੈਸੇਜ ਜਾਂਦਾ ਹੈਗਾ ਕਿ ਵੀ ਮੈਂ ਜੋ ਕੁਝ ਕੱਲ ਤੱਕ ਕੀਤਾ ਸੀ, ਅੱਜ ਮੈਂ ਕੁਝ ਉਸ ਤੋਂ ਬਿਹਤਰ ਕਰਨਾ ਹੈ, ਅੱਜ ਮੈਂ ਉਸ ਤੋਂ ਚੰਗਾ ਕਰਨਾ ਹੈ। ਕੱਲ ਜਦੋਂ ਅਸੀਂ ਨੈਕਸਟ ਡੇ ਕੁਝ ਕਰਨਾ ਹੈ ਤੇ ਡੈਫੀਨੇਟਲੀ ਅਸੀਂ ਹੋਰ ਇੰਪਰੂਵ ਕਰਨ ਦੀ ਕੋਸ਼ਿਸ਼ ਕਰਨੀ ਹੈ, ਕਿਉਂਕਿ ਪਹਿਲੇ ਸਾਡੇ ਬਜ਼ੁਰਗ ਕਹਿੰਦੇ ਸੀ ਟਾਈਮ ਦੇ ਨਾਲ ਚੱਲੋ। ਅੱਜ ਟਾਈਮ ਦੇ ਨਾਲ ਚੱਲ ਕੇ ਵੀ ਗੁਜ਼ਾਰਾ ਨਹੀਂ ਹੈਗਾ, ਅੱਜ ਟਾਈਮ ਤੋਂ ਫਾਸਟ ਚੱਲਣ ਦਾ ਟਾਈਮ ਆ ਗਿਆ।
ਜੀ ਜੋ ਕੁਝ ਲੋਕੀ ਹਾਲੇ ਸੋਚ ਰਹੇ ਨੇ, ਸਾਨੂੰ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਅਸੀਂ ਉਹਨਾਂ ਗੱਲਾਂ ਦੇ ਉੱਤੇ ਐਕਸ਼ਨ ਸ਼ੁਰੂ ਕਰੀਏ, ਤਾਂ ਅਸੀਂ ਇੱਕ ਅੱਛੇ ਲੀਡਰ ਬਣ ਸਕਦੇ ਹਾਂ, ਇੱਕ ਅੱਛੇ ਬਿਜ਼ਨਸਮੈਨ, ਸਕਸੈਸਫੁਲ ਪਰਸਨ ਬਣ ਸਕਦੇ ਹਾਂ। ਇਹ ਮੈਂ ਸਾਰੀਆਂ ਜੀ ਟਿਪਸ ਜਿਹੜੀਆਂ ਨੇ, ਮੇਰਾ ਆਪਣਾ YouTube ਚੈਨਲ ਹੈ, ਮੇਰੇ ਬੇਟੇ ਨੇ ਅਮਨ ਜੌਲੀ, ਉਹ ਉਸ ਨੂੰ ਮੇਨਟੇਨ ਕਰਦੇ ਨੇ। ਸਿਗਨੇਚਰ ਦੇ ਉੱਤੇ ਤਕਰੀਬਨ ਮੈਂ 30 ਤੋਂ 40 ਵੀਡੀਓਜ਼ ਬਣਾਈਆਂ ਨੇ, ਜਿਹਦੇ ਨਾਲ ਲੋਕੀ ਘਰ ਬੈਠੇ ਆਪਣੇ ਆਪ ਨੂੰ ਸਿਗਨੇਚਰ ਦੀਆਂ ਵੀਡੀਓਜ਼ ਨੂੰ ਦੇਖ ਕੇ ਆਪਣੇ ਸਿਗਨੇਚਰ ਚੇਂਜ ਕਰ ਸਕਦੇ ਨੇ, ਆਪਣੀ ਲਾਈਫ ਨੂੰ ਇੰਪਰੂਵ ਕਰ ਸਕਦੇ ਨੇ। ਔਰ ਬਹੁਤ ਸਾਰੇ ਲੋਕਾਂ ਨੇ ਉਹਨਾਂ ਵੀਡੀਓਜ਼ ਤੋਂ ਬੈਨੀਫਿਟ ਲੈ ਕੇ ਆਪਣੇ ਆਪ ਨੂੰ, ਆਪਣੀ ਫੈਮਿਲੀ ਨੂੰ, ਮਤਲਬ ਕਿ ਜਿਹੜੇ ਹੈਗੇ ਨੇ ਸਿਗਨੇਚਰ ਉਹਨਾਂ ਨੇ ਠੀਕ ਕੀਤੇ ਹੈਗੇ ਨੇ। ਓਵਰਆਲ ਮੈਂ ਸੋਚਦੀ ਹਾਂਜੀ 300 ਮੈਂ ਸੋਚਦੀ ਸੀ ਕਿ ਮੇਰੀ ਪ੍ਰੋਬਲਮ ਆ। ਹਾਂਜੀ ਮੈਂ ਸੋਚਦੀ ਸੀ ਕਿਉਂਕਿ ਮੇਰੇ ਨਾਲ ਹਮੇਸ਼ਾ ਹੁੰਦਾ, ਮੈਂ ਜਦੋਂ ਵੀ ਇੰਡੀਆ ਜਾਂਦੀ ਆ ਤਾਂ ਮੇਰੇ ਸਿਗਨੇਚਰ ਮੈਚ ਨਹੀਂ ਕਰਦੇ ਬੈਂਕਿੰਗ ਵਾਸਤੇ, ਤੇ ਉਹ ਕਹਿੰਦੇ ਕਿ ਤੁਹਾਡੇ ਸਿਗਨੇਚਰ ਹਮੇਸ਼ਾ ਚੇਂਜ ਹੋ ਜਾਂਦੇ ਨੇ। ਤੇ ਮੈਂ ਹੁਣ ਮਤਲਬ ਕਿ ਮੈਂ ਸੋਚਦੀ ਸੀ ਕਿ ਸ਼ਾਇਦ ਇਹ ਮੇਰੀ ਹੀ ਪ੍ਰੋਬਲਮ ਹੈ। ਸੋ ਇਟ ਮੀਨਸ ਕਿ ਮਤਲਬ ਕਿ ਸਾਰਿਆਂ ਦੇ ਸਿਗਨੇਚਰ ਜਿਹੜੇ ਆ ਉਹ ਚੇਂਜ ਹੁੰਦੇ ਰਹਿੰਦੇ ਨੇ। ਜਿਸ ਤਰ੍ਹਾਂ ਮਾਈਂਡ ਵਿੱਚ ਕਨਫਿਊਜ਼ਨ ਜ਼ਿਆਦਾ ਹੋਣਗੇ, ਜਿਸ ਤਰ੍ਹਾਂ ਸਾਡੇ ਡਾਊਟਸ ਜ਼ਿਆਦਾ ਆਉਂਦੇ ਹੈਗੇ ਨੇ, ਜਦੋਂ ਕਲੈਰਿਟੀ ਥੋੜੀ ਜਿਹੀ ਘਟ ਜਾਂਦੀ ਹੈ, ਉਸ ਟਾਈਮ ਇਹ ਥੋੜੀ ਜਿਹੀ ਦਿੱਕਤ ਆਉਂਦੀ ਹੈ ਕਿ ਉਸ ਟਾਈਮ ਸਾਡੇ ਸਿਗਨੇਚਰ ਪ੍ਰੋਪਰ ਉਸ ਤਰ੍ਹਾਂ ਨਹੀਂ ਹੁੰਦੇ ਜੋ ਇੱਕ ਨਾਰਮਲ ਹੋਣੇ ਚਾਹੀਦੇ ਨੇ। ਜਦੋਂ ਮਾਈਂਡ ਸਾਡਾ ਬਿਲਕੁਲ ਕਲੀਅਰ ਹੈਗਾ ਤਾਂ ਕਦੀ ਵੀ ਸਿਗਨੇਚਰ ਵਿੱਚ ਫਰਕ ਨਹੀਂ ਆਏਗਾ। ਤੁਸੀਂ ਅੱਖਾਂ ਬੰਦ ਕਰਕੇ 10 ਵਾਰੀ ਵੀ ਕਰੋਗੇ, 20 ਵਾਰੀ ਵੀ ਕਰੋਗੇ, ਬਿਲਕੁਲ ਸੇਮ ਸਿਗਨੇਚਰ ਮਿਲਣਗੇ ਤੁਹਾਨੂੰ। ਓਕੇ ਈਵਨ ਹਾਂਜੀ ਤੇ ਮੇਰੀ ਗ੍ਰੈਂਡ ਡਾਟਰ ਹੈਗੀ ਹੈ, ਉਹਨੇ ਵੀ ਮਾਈਂਡ ਕੰਟਰੋਲ ਦਾ ਇੱਕ ਹੋਰ ਅਲੱਗ ਬ੍ਰਾਂਚ ਹੈਗੀ ਹੈ, ਉਹਦੇ ਤੇ ਕੀਤਾ ਹੈਗਾ। ਉਹਦੇ ਚ ਇਹ ਆਤਮਜੀਤ ਜੀ ਨੇ ਮਤਲਬ ਕਿ ਕਾਫੀ ਹੈਲਪ ਕੀਤੀ, ਇਹਨਾਂ ਨੇ ਕੋਆਰਡੀਨੇਟ ਕਰਾਇਆ। ਇੱਕ ਬੰਬੇ ਦੀ ਫਰਮ ਹੈਗੀ ਹੈ, ਉਹਦੇ ਚ ਬੇਸਿਕ ਕੰਸੈਂਟ੍ਰੇਸ਼ਨ ਪੜ੍ਹਾਈ ਦੀ ਵੱਧਦੀ ਹੈਗੀ ਬੱਚੇ ਦੀ, ਪਲੱਸ ਉਹ ਬਲਾਈਂਡ ਫੋਲਡ ਅੱਖਾਂ ਤੇ ਪੱਟੀ ਬੰਨ ਕੇ, ਕਾਟਨ ਰੱਖ ਕੇ, ਫਿਰ ਅੱਖਾਂ ਤੇ ਪੱਟੀ ਬੰਨ ਕੇ ਉਹ ਕਿਤਾਬ ਪੜ੍ਹ ਸਕਦੇ ਨੇ। ਉਸ ਨੂੰ ਪੂਰਾ ਮਤਲਬ ਕਿ ਕੋਈ ਕਰੰਸੀ ਨੋਟ ਦੇ ਦਿਓ, ਉਹਦਾ ਕਲਰ ਆਇਡੈਂਟੀਫਾਈ ਕਰ ਦੇਣਗੇ, ਉਹਦਾ ਤੁਹਾਨੂੰ ਨੰਬਰ ਪੜ੍ਹ ਕੇ ਦੱਸ ਦੇਣਗੇ। ਤੇ ਬਹੁਤ ਸਾਰੇ, ਤੇ ਮਾਈਂਡ ਨੂੰ ਬੇਸਿਕਲੀ ਜਗਾਉਣ ਦੀ ਲੋੜ ਹੈ। ਇਹਨੂੰ ਕਿੰਨਾ ਅਸੀਂ ਜਗਾ ਸਕਦੇ ਹਾਂ, ਬੜੇ ਕ੍ਰਿਸ਼ਮੇ ਕਰ ਸਕਦੇ ਹਾਂ ਮਾਈਂਡ। ਇਸ ਐਪ ਨੂੰ ਤੁਸੀਂ ਪਲੀਜ਼, ਜਿੱਥੇ ਤੱਕ ਵੀ ਮੈਸੇਜ ਆਏ, ਮੈਂ ਸਾਰਿਆਂ ਨੂੰ ਰਿਕੁਐਸਟ ਕਰਾਂਗਾ ਕਿ ਇੱਥੇ ਤੱਕ ਜਿੰਨਾ ਧਿਆਨ ਦਿੰਦੇ ਹੋ ਨਾ, ਉਸ ਤੋਂ ਅੱਧਾ ਧਿਆਨ ਉੱਪਰ ਦੇਣਾ ਸ਼ੁਰੂ ਕਰ ਦਿਓ। ਵਿਦਿਨ ਡੇਜ਼ ਤੁਹਾਡੀ ਜ਼ਿੰਦਗੀ ਬਦਲ ਜਾਏਗੀ। ਬਿਲਕੁਲ ਜੀ, ਜ਼ਰੂਰ ਸਿੱਖਾਂਗੇ ਤੁਹਾਡੇ ਕੋਲੋਂ ਕਿ ਕਿਸ ਤਰ੍ਹਾਂ ਕੀਤਾ ਜਾਵੇ। ਤੇ ਆਤਮਜੀਤ ਜੀ ਦਾ ਹੀ ਸਵਾਲ ਹੈ, ਪੁੱਛਦੇ ਨੇ ਕਿ ਕੀ ਤੁਸੀਂ ਸਿਰਫ ਇੰਗਲਿਸ਼ ਹੈਂਡ ਰਾਈਟਿੰਗ ਨੂੰ ਪੜ੍ਹ ਕੇ ਹੀ ਨੇਚਰ ਦੱਸਦੇ ਹੋ, ਜਾਂ ਫਿਰ ਪੰਜਾਬੀ, ਹਿੰਦੀ ਜਾਂ ਹੋਰ ਭਾਸ਼ਾ ਤੇ ਵੀ ਅਪਲਾਈ ਹੁੰਦੀ ਹੈ? ਜਿਹੜਾ ਇਹਦਾ ਬੇਸਿਕ ਸਟਰਕਚਰ ਹੈਗਾ ਜਾਂ ਜਿਹੜਾ ਬੇਸਿਕ ਕੋਰਸ ਹੈਗਾ ਉਹ ਤੇ ਇੰਗਲਿਸ਼ ਦਾ ਹੀ ਹੈਗਾ। ਜੈਪਨੀਜ਼ ਔਰ ਚਾਈਨੀਜ਼ ਦਾ ਬਿਲਕੁਲ ਪੈਟਰਨ ਅਲੱਗ ਹੈ, ਉਹਨਾਂ ਦੀ ਗ੍ਰਾਫੋਲੋਜੀ ਹੈਗੀ ਲੇਕਿਨ ਉਹ ਬਿਲਕੁਲ ਅਲੱਗ ਹੈਗੀ ਹੈ। ਉਰਦੂ ਕਿਉਂਕਿ ਬਿਲਕੁਲ ਉਲਟੇ ਹੱਥ ਨਾਲ ਲਿਖੀ ਜਾਂਦੀ ਹੈਗੀ ਹੈ, ਤੇ ਉਹਨੂੰ ਇਹਦੇ ਨਾਲ ਕੰਪੇਅਰ ਕਰਕੇ ਐਨਾਲਾਈਜ਼ ਕਰਨਾ ਜਿਹੜਾ ਹੈਗਾ ਮੈਂ ਨਹੀਂ ਮੰਨਦਾ। ਹਾਲਾਂਕਿ ਮੇਰੀ ਲਾਈਨ ਦੇ ਕੁਝ ਬੰਦੇ ਹੈਗੇ ਨੇ, ਹਰ ਬੰਦੇ ਨੂੰ ਆਪੋ ਆਪਣੀ ਸੋਚ ਹੈਗੀ ਹੈ, ਉਹ ਉਹਨਾਂ ਨੂੰ ਵੀ ਕਰ ਦਿੰਦੇ, ਜਦਕਿ ਪ੍ਰੈਕਟੀਕਲੀ ਉਹ ਗਲਤ ਹੈਗਾ। ਕਿਉਂਕਿ ਇੰਗਲਿਸ਼ ਦਾ ਲਿਖਣ ਦਾ ਸਟਾਈਲ ਬਿਲਕੁਲ ਅਲੱਗ ਹੈ। ਇੰਗਲਿਸ਼ ਔਰ ਹਿੰਦੀ ਨੂੰ ਅਸੀਂ, ਹਿੰਦੀ ਦੇ ਵਿੱਚ ਤਕਰੀਬਨ 80-85% ਤੱਕ ਇਹ ਚੀਜ਼ਾਂ ਕੰਮ ਕਰਦੀਆਂ ਹੈਗੀਆਂ ਨੇ, ਲੇਕਿਨ ਉਹਦੇ ਚ ਅਲੱਗ-ਅਲੱਗ ਟਾਈਪ ਦੀਆਂ ਮਾਤਰਾ ਹੈਗੀਆਂ ਨੇ, ਲਾਈਨਸ ਹੈਗੀਆਂ ਨੇ, ਤੇ ਉਹਦੇ ਤੇ ਮਤਲਬ ਕਿ 100% ਐਕੂਰੇਸੀ ਦੀ ਮੈਂ ਗਾਰੰਟੀ ਨਹੀਂ ਕਰਦਾ ਹੈਗਾ। ਓਕੇ, ਤੇ ਆਪਣੇ ਇੰਡੀਅਨ ਲੈਂਗੁਏਜਸ ਦੇ ਵਿੱਚੋਂ ਵੀ ਤੁਸੀਂ ਇੰਗਲਿਸ਼ ਤੇ ਹੀ ਜ਼ਿਆਦਾ ਜਿਹੜਾ ਉਹ ਫੋਕਸ ਕਰਦੇ ਹੋ ਇਨਸਟੈਡ ਆਫ ਅਦਰ ਲੈਂਗੁਏਜਸ? ਦੇਖੋ, ਇੰਗਲਿਸ਼ ਦੇ ਉੱਤੇ ਮੇਰੀ ਹਮੇਸ਼ਾ ਕੋਸ਼ਿਸ਼, ਮੈਂ ਰਾਈਟਰ ਵੀ ਹੈਗਾ, 37 ਬੁੱਕਸ ਲਿਖ ਚੁੱਕਾ ਇਸ ਟੌਪਿਕ ਦੇ ਉੱਤੇ ਵੀ। ਮੈਂ ਇੱਕ ਪਹਿਲੀ ਵਾਰੀ ਬੁੱਕ ਲਿਖੀ ਇੰਡੀਆ ਦੇ ਵਿੱਚ ਹਿੰਦੀ ਦੇ ਵਿੱਚ, ਗ੍ਰਾਫੋਲੋਜੀ ਕਾਮਯਾਬੀ ਕੀ ਮਾਸਟਰ ਚਾਬੀ। ਓਕੇ। ਤੇ ਇੰਗਲਿਸ਼ ਦੀਆਂ ਬਹੁਤ ਸਾਰੀਆਂ ਬੁੱਕਸ ਹੈਗੀਆਂ ਸੀ, ਹਿੰਦੀ ਚ ਨਹੀਂ ਹੈਗੀ ਸੀ, ਤੇ ਇਹ ਮੈਂ ਲਿਖੀ ਔਰ ਬਹੁਤ ਪਪੂਲਰ ਕਿਤਾਬ ਹੈ। ਇੱਥੇ ਸਾਡੇ ਐਮਾਜ਼ਨ ਵਗੈਰਾ ਸਾਰੇ ਜਿੰਨੇ ਵੱਡੇ ਸਪਲਾਇਰ ਹੈਗੇ ਨੇ ਬੁੱਕਸ ਦੇ, ਸਾਰਿਆਂ ਕੋਲ ਮਤਲਬ ਕਿ ਅਵੇਲੇਬਲ ਹੈਗੀ ਹੈ। ਹਿੰਦੀ, ਇੰਗਲਿਸ਼ ਜਾਂ ਇੰਡੀਅਨ ਲੈਂਗੁਏਜ ਜਿਹੜਾ ਹੁਣ ਜਿਵੇਂ ਤਮਿਲ ਹੈਗੀ ਹੈ, ਕੰਨੜ ਹੈਗੀ ਹੈ, ਉਹਦਾ ਪੈਟਰਨ ਹੀ ਬਿਲਕੁਲ ਅਲੱਗ ਹੈਗਾ। ਇੱਕ
ਚੀਜ਼ ਉੱਤੇ ਜਦ ਤੱਕ 100% ਮਾਸਟਰੀ ਨਾ ਹੋਏ ਮੈਂ ਕਦੀ ਵੀ ਕਮੈਂਟ ਕਰਨਾ ਪ੍ਰੈਫਰ ਨਹੀਂ ਕਰਦਾ। ਜਦ ਤੱਕ ਡਾਟਾ ਫਿਗਰ ਔਰ ਜੋ ਵੀ ਅਸੀਂ ਕਿਸੇ ਨੂੰ, ਕਿਉਂਕਿ ਅਸੀਂ ਜਿਹੜੀ ਵੀ ਗੱਲ ਕਵਾਂਗੇ ਲਿਖਾਂਗੇ ਕਿਤਾਬ ਵਿੱਚ, ਉਹ ਅਗਲੇ ਦੀ ਲਾਈਫ ਨੂੰ ਬਹੁਤ ਕੁਝ ਬਦਲ ਸਕਦੀ। ਜੇ ਇੱਕ ਨੈਗੇਟਿਵ ਗੱਲ ਜਾਂ ਗਲਤ ਜਾਂ ਅਧੂਰੀ ਇਨਫੋਰਮੇਸ਼ਨ ਅਸੀਂ ਪਾਸ ਆਨ ਕਰਦੇ ਹਾਂ, ਉਹਦੇ ਨਾਲ ਕਿਤੇ ਨਾ ਕਿਤੇ ਉਹਨਾਂ ਦਾ ਨੁਕਸਾਨ ਹੋ ਸਕਦਾ ਹੈ। ਤੇ ਮੇਰੀ ਦਿਲ ਨਹੀਂ ਮੰਨਦਾ ਤੇ ਮੈਂ ਕਦੀ ਨਹੀਂ ਨਾਰਮਲੀ ਕੀਤਾ ਇਸ ਤਰ੍ਹਾਂ। ਹਾਂਜੀ, ਨਹੀਂ ਸਹੀ ਗੱਲ ਆ। ਤੇ ਅਗਲਾ ਸਵਾਲ ਜਿਹੜਾ ਉਹ ਕਹਿੰਦੇ ਨੇ ਕਿ ਐਲਫਾਬੇਟ V ਦੀ ਫਾਰਮੇਸ਼ਨ ਮਤਲਬ ਐਂਗਲ ਆਲਰੇਡੀ ਸ਼ਾਰਪ ਹੈ, ਕੀ ਇਸ ਦਾ ਮਤਲਬ ਇਹ ਹੈ ਕਿ ਜਿਨ੍ਹਾਂ ਦਾ ਨਾਮ V ਤੋਂ ਸ਼ੁਰੂ ਹੁੰਦਾ ਹੈ ਉਹਨਾਂ 'ਚ ਐਗਰੈਸ਼ਨ ਦਾ ਹੋਣਾ ਲਾਜ਼ਮੀ ਹੈ? ਨਹੀਂ, V 'ਚ ਠੀਕ ਹੈ, V ਹੈਗਾ, A ਹੈਗਾ, M ਹੈਗਾ, N ਹੈਗਾ, ਇਹਨਾਂ ਸਾਰਿਆਂ 'ਚ ਐਂਗਲ ਬਣਦੇ ਹੈਗੇ ਨੇ। ਲੇਕਿਨ ਐਟ ਦਾ ਸੇਮ ਟਾਈਮ ਅਸੀਂ ਇਹਨੂੰ ਥੋੜਾ ਜਿਹਾ ਹਲਕਾ ਜਿਹਾ ਜੇ ਕਰਵ ਦੇ ਦਿੰਦੇ ਆ ਤੇ ਉਹੀ ਜਿਹੜਾ ਐਗਰੈਸ਼ਨ ਹੈਗਾ ਉਹ ਸੌਫਟ ਹੋ ਜਾਂਦਾ ਹੈਗਾ। ਸਾਡੀ ਸੋਚ ਜਿਹੜੀ ਹੈਗੀ ਉਹ ਬਿਲਕੁਲ ਸਾਡੀ ਈਗੋ ਨੂੰ ਵੀ ਖਤਮ ਕਰ ਦਿੰਦੀ ਹੈ ਔਰ ਐਡਜਸਟਮੈਂਟ ਦਾ ਬਿਹੇਵੀਅਰ, ਥੋੜੀ ਜਿਹੀ ਫਲੈਕਸੀਬਿਲਿਟੀ ਲਾਈਫ ਵਿੱਚ ਆ ਜਾਂਦੀ ਹੈ। ਵੀ ਜਦੋਂ ਲਿਖੋ ਤੇ ਨੀਚੇ ਬਿਲਕੁਲ ਸ਼ਾਰਪ ਐਂਗਲ ਬਣਾਉਣ ਦੀ ਬਜਾਏ ਉਹਨੂੰ ਹਲਕਾ ਜਿਹਾ ਸੌਫਟ ਕਰਵ ਦੇ ਦਈਏ ਤੇ ਉਹ ਚੀਜ਼ ਕਦੀ ਵੀ ਐਗਰੈਸ਼ਨ ਔਰ ਈਗੋ ਜਿਹੜੀ ਨਹੀਂ ਹਾਵੀ ਹੋਏਗੀ, ਉਹ ਤੁਸੀਂ ਠੀਕ ਕਰ ਸਕਦੇ ਹੋ ਉਹਦੇ ਨਾਲ। ਜੀ, ਤੇ ਨਾਲ ਹੀ ਉਹ ਪੁੱਛਦੇ ਸੀ ਕਿ ਮੈਂ ਸੁਣਿਆ ਸੀ ਕਿ ਸਾਨੂੰ ਰਾਈਟ ਡਾਇਰੈਕਸ਼ਨ 'ਚ ਲਿਖਣਾ ਚਾਹੀਦਾ ਹੈ, ਨਾ ਕਿ ਲੈਟਰਸ ਦੀ ਡਾਇਰੈਕਸ਼ਨ ਲੈਫਟ ਵੱਲੋਂ ਹੋਣੀ ਚਾਹੀਦੀ ਹੈ, ਕੀ ਇਹ ਸੱਚ ਹੈ? ਅਸੀਂ ਲੈਫਟ ਵੱਲੋਂ ਸ਼ੁਰੂ ਕਰਕੇ ਪ੍ਰੈਕਟਿਸ ਕਰਨ ਲਈ ਔਰ ਚੈੱਕ ਕਰਨ ਲਈ ਮੈਂ ਹਮੇਸ਼ਾ ਵਾਈਟ ਪੇਪਰ ਯੂਜ਼ ਕਰਦਾ। ਉਹਦੇ ਤੇ ਕੀ ਹੈ ਕਿ ਲੈਫਟ ਤੋਂ ਸ਼ੁਰੂ ਕਰਦੇ ਹਾਂ ਤੇ ਰਾਈਟ ਵੱਲ ਜਾਂ ਤੇ ਲਾਈਨ ਸਾਡੀ ਬਿਲਕੁਲ ਸਟ੍ਰੇਟ ਜਾਣੀ ਚਾਹੀਦੀ ਜਾਂ ਸਲਾਈਟਲੀ ਅਪਵਰਡਸ ਜਾ ਰਹੀ ਹੈ ਤੇ ਠੀਕ ਹੈ। ਜਿੱਦਾਂ ਜਿੱਦਾਂ ਉਹ ਡਾਊਨਵਰਡਸ ਰਾਈਟ ਹੈਂਡ ਸਾਈਡ ਨੂੰ ਨੀਚੇ ਜਾਣੀ ਸ਼ੁਰੂ ਹੋਏਗੀ, ਉਹ ਜਿਹੜੀ ਹੈਗੀ ਕਿਤੇ ਨਾ ਕਿਤੇ ਸਾਡੀ ਲਾਈਫ ਵਿੱਚ ਪ੍ਰੋਬਲਮ ਕ੍ਰੀਏਟ ਕਰਦੀ ਹੈਗੀ। ਤੇ ਕੋਸ਼ਿਸ਼ ਕਰਕੇ ਪ੍ਰੈਕਟਿਸ ਇਸ ਤਰ੍ਹਾਂ ਕਰਨੀ ਚਾਹੀਦੀ ਹੈ ਕਿ ਜਾਂ ਤੇ ਲਾਈਨ ਜੋ ਵੀ ਅਸੀਂ ਲਿਖ ਰਹੇ ਹਾਂ ਕੰਟੈਂਟ ਉਹ ਬਿਲਕੁਲ ਸਿੱਧਾ ਹੋਏ ਜਾਂ ਸਲਾਈਟਲੀ ਅਪਵਰਡਸ ਹੋਏ। ਉਹਦੇ ਨਾਲ ਸਾਡੀ ਸੋਚ ਜਿਹੜੀ ਪੋਜ਼ਿਟਿਵ ਬਣੀ ਰਹਿੰਦੀ ਹੈ, ਸਾਡੇ ਅੰਦਰ ਕ੍ਰੀਏਟੀਵਿਟੀ ਵੱਧਦੀ ਹੈਗੀ ਹੈ, ਬਹੁਤ ਸਾਰੇ ਨਵੇਂ ਆਈਡੀਆਜ਼, ਨਵੇਂ ਕਨਸੈਪਟ ਆਟੋਮੈਟਿਕਲੀ ਸਾਡੇ ਅੰਦਰ ਇਸ ਤਰ੍ਹਾਂ ਡਿਵੈਲਪ ਹੁੰਦੇ ਨੇ, ਜਿਹੜੇ ਵਿੱਚ ਸਾਡਾ ਕਨੈਕਟਿੰਗ ਫੀਲਡ ਹੈਗਾ ਜਿਹਦੇ 'ਚ ਵੀ ਅਸੀਂ ਕੰਮ ਕਰ ਰਹੇ ਹਾਂ, ਚਾਹੇ ਟੀਚਿੰਗ ਵਿੱਚ ਹੈਗੇ ਆ, ਚਾਹੇ ਜਿੱਦਾਂ ਅਸੀਂ ਇਹ ਪ੍ਰੋਗਰਾਮ ਕਰ ਰਹੇ ਹੈਗੇ ਜਾਂ ਕੋਈ ਬੈਂਕਿੰਗ ਵਿੱਚ ਜਾਂ ਕਿਸੇ ਦੀ ਫੈਕਟਰੀ ਹੈਗੀ ਹੈ, ਤੇ ਨਵੇਂ ਕਨਸੈਪਟ, ਨਵੇਂ ਆਈਡੀਆਜ਼। ਕਿਉਂਕਿ ਕੁਝ ਟਾਈਮ ਪਹਿਲੇ ਤੱਕ ਜਾਪਾਨ ਵਾਲੇ ਵੀ ਕੋਈ ਪ੍ਰੋਡਕਟ ਬਣਾਉਂਦੇ ਸੀ ਤੇ ਉਹਦੀ ਐਵਰੇਜ ਲਾਈਫ 5-7 ਸਾਲ 10 ਸਾਲ ਹੁੰਦੀ ਸੀ। ਅੱਜ ਐਵਰੇਜ ਲਾਈਫ 3 ਮਹੀਨੇ ਰਹਿ ਗਈ। ਹਰ 3 ਮਹੀਨੇ ਤੋਂ ਵੀ ਪਹਿਲੇ ਨਵੇਂ ਮਾਡਲ, ਨਵੀਆਂ ਚੀਜ਼ਾਂ ਆ ਜਾਂਦੀਆਂ ਨੇ। ਜੇ ਇੰਨੀ ਸਾਰੀ ਕ੍ਰੀਏਟੀਵਿਟੀ ਅਸੀਂ ਨਹੀਂ ਲੈ ਕੇ ਆਵਾਂਗੇ ਤੇ ਅਸੀਂ ਵਿਦਿਨ ਡੇਜ਼ ਜਿਹੜੇ ਹੈਗੇ ਬਿਲਕੁਲ ਸੁਸਾਇਟੀ 'ਚ ਆਊਟ ਹੋ ਜਾਵਾਂਗੇ, ਅਸੀਂ ਉਹਨਾਂ ਦੇ ਨਾਲ ਮਿਲ ਕੇ ਚੱਲ ਨਹੀਂ ਪਾਵਾਂਗੇ। ਠੀਕ। ਤੇ ਆਤਮਜੀਤ ਜੀ ਪੁੱਛ ਰਹੇ ਨੇ ਕਿ ਕਹਿੰਦੇ ਕਿ ਸਿਗਨੇਚਰ ਦੇ ਵਿੱਚ ਸਪੋਰਟਿੰਗ ਲਾਈਨ ਦੀ ਕੀ ਇੰਪੋਰਟੈਂਸ ਹੈ? ਬਹੁਤ ਸਾਰੇ ਲੋਕ ਸਿਰਫ ਆਪਣਾ ਨਾ ਸਿੰਗਲ ਨੇਮ, ਫਸਟ ਨੇਮ ਜਿਹੜਾ ਉਹ ਯੂਜ਼ ਕਰਦੇ ਹੈਗੇ ਨੇ, ਜਾਂ ਤੇ ਸਰਨੇਮ ਯੂਜ਼ ਕੀਤਾ ਜਾਏ, ਕਿਉਂਕਿ ਜਿੱਦਾਂ ਮੈਂ ਪਹਿਲੇ ਵੀ ਦੱਸਿਆ ਕਿ ਅਸੀਂ ਇਕੱਲੇ ਸਾਰਾ ਕੁਝ ਮੈਨੇਜ ਨਹੀਂ ਕਰ ਸਕਦੇ, ਜਾਂ ਤੇ ਸਾਨੂੰ ਫੈਮਿਲੀ ਦੀ, ਫਰੈਂਡਸ ਦੀ ਸੋਸ਼ਲ ਸਪੋਰਟ ਹੋਏ ਤੇ ਤਾਂ ਅਸੀਂ ਆਪਣਾ ਕੰਮ ਜਿਹੜਾ ਠੀਕ ਤਰੀਕੇ ਨਾਲ ਮੈਨੇਜ ਕਰ ਸਕਦੇ ਹਾਂ। ਜਦੋਂ ਅਸੀਂ ਸਰਨੇਮ ਨਹੀਂ ਯੂਜ਼ ਕਰਦੇ ਤੇ ਫਿਰ ਮੈਂ ਪ੍ਰੈਫਰ ਕਰਦਾ, ਈਵਨ ਸਰਨੇਮ ਜਿਹੜੇ ਯੂਜ਼ ਕਰਦੇ ਮੈਂ ਉਹਨਾਂ ਨੂੰ ਵੀ ਰਿਕਮੈਂਡ ਕਰਦਾ ਕਿ ਨੀਚੇ ਸਪੋਰਟ ਲਾਈਨ ਜਾਂ ਬੇਸ ਲਾਈਨ ਜਿਹੜੀ ਸਿਗਨੇਚਰ ਦੇ ਜ਼ਰੂਰ ਯੂਜ਼ ਕਰੋ। ਇਹਨੂੰ ਮੈਂ ਇਸ ਤਰ੍ਹਾਂ ਲੇਮੈਨ ਦੀ ਲੈਂਗੁਏਜ ਵਿੱਚ ਦੱਸਾਂ ਕਿ ਜਿੱਦਾਂ ਇੱਕ ਬਿਲਡਿੰਗ ਬਣਾਉਂਦੇ ਹਾਂ ਅਸੀਂ, 5-10 ਮੰਜ਼ਿਲ 15 ਮੰਜ਼ਿਲ ਬਿਲਡਿੰਗ ਬਣਾਉਣੀ ਹੈ, ਉਹਦੀ ਸਟਰੋਂਗ ਫਾਊਂਡੇਸ਼ਨ ਜਿਵੇਂ ਹੁੰਦੀ ਹੈਗੀ, ਉਹ ਇੱਕ ਸਟਰੋਂਗ ਫਾਊਂਡੇਸ਼ਨ ਬਣ ਜਾਂਦੀ ਹੈ। ਜਦੋਂ ਵੀ ਅਸੀਂ ਕਿਧਰੇ ਕੋਈ ਕੰਮ ਕਰਦੇ ਹਾਂ, ਪ੍ਰਦੇਸ਼ ਵਿੱਚ ਹੁੰਦੇ ਹਾਂ ਕਿਧਰੇ, ਤੇ ਅਦਰਵਾਈਜ਼ ਬੰਦਾ ਨਾ ਕਈ ਵਾਰੀ ਅੰਦਰੋਂ ਟੁੱਟ ਜਾਂਦਾ ਹੈ, ਕਹਿੰਦੇ ਕਿ ਵੀ ਮੈਂ ਅੰਦਰੋਂ ਟੁੱਟ ਗਿਆ, ਕਮਜ਼ੋਰ ਪੈ ਗਿਆ। ਤੇ ਜੇ ਇਹ ਲਾਈਨ ਹੁੰਦੀ ਹੈ ਤੇ ਇਹਦੇ ਨਾਲ ਸਾਡੇ ਪੇਰੈਂਟਸ, ਗ੍ਰੈਂਡ ਪੇਰੈਂਟਸ ਜਿਹੜੇ ਹੁਣ ਵੀ ਹੈਗੇ, ਜਿਹੜੇ ਨਹੀਂ ਵੀ ਹੈਗੇ ਚਲੇ ਗਏ, ਉਹਨਾਂ ਦੀ ਬਲੈਸਿੰਗਸ, ਉਹਨਾਂ ਦਾ ਪਿਆਰ, ਆਸ਼ੀਰਵਾਦ ਸਾਡੇ ਨਾਲ ਹਮੇਸ਼ਾ ਬਣਿਆ ਰਹਿੰਦਾ ਹੈ। ਉਹ ਜਿੱਦਾਂ ਪਿੱਠ ਤੇ ਬਜ਼ੁਰਗ ਹੱਥ ਰੱਖ ਦਿੰਦੇ ਸੀ ਨਾ, ਕੋਈ ਨਹੀਂ ਪੁੱਤਰ ਤੂੰ
ਚੱਲ ਅੱਗੇ ਮੈਂ ਤੇਰੇ ਨਾਲ ਆ, ਫਿਕਰ ਨਾ ਕਰ। ਤੇ ਉਹ ਇੱਕ ਹਿੰਮਤ ਹੌਸਲਾ ਜਿਹੜਾ ਹੈ ਨਾ ਉਹ ਸਾਨੂੰ ਬਣਿਆ ਰਹਿੰਦਾ, ਤੇ ਇਹ ਇੱਕ ਫਾਊਂਡੇਸ਼ਨ, ਸਟਰੋਂਗ ਫਾਊਂਡੇਸ਼ਨ ਦਾ ਕੰਮ ਕਰਦੀ ਹੈ ਲਾਈਨ ਜੀ। ਕੌਨਫੀਡੈਂਸ ਲੈਵਲ ਬਹੁਤ ਵੱਧ ਜਾਂਦਾ ਜੀ। ਬਹੁਤ ਇੰਟਰਸਟਿੰਗ ਸਵਾਲ ਆਇਆ ਹੈ। ਕਹਿੰਦੇ ਕਿ ਸਤਿ ਸ਼੍ਰੀ ਅਕਾਲ ਜੀ, ਡਾਕਟਰ ਪਲਵਿੰਦਰ ਕੌਰ ਜੀ ਪੁੱਛਦੇ ਨੇ, ਕਹਿੰਦੇ ਕਿ ਨਿਊਬੋਰਨ ਬੇਬੀ ਦਾ ਨੇਮ ਕਿਸ ਅਲਫਾਬੈਟ ਤੋਂ ਰੱਖਣਾ ਚਾਹੀਦਾ ਹੈ ਤਾਂ ਕਿ ਲਾਈਫ ਵਿੱਚ ਸਕਸੈਸਫੁਲ ਹੋਵੇ? ਡਾਕਟਰ ਸਾਹਿਬ, ਨਾ ਕੋਈ ਵੀ ਹੋਏ, ਬੇਸਿਕਲੀ ਨਾਂ ਨਾਲ ਫਰਕ ਨਹੀਂ ਪੈਂਦਾ, ਫਰਕ ਪੈਂਦਾ ਹੈ ਹੈਂਡਰਾਈਟਿੰਗ ਦੇ ਪੈਟਰਨ ਦੇ ਉੱਤੇ। ਮੇਰੇ ਨਾਲ ਇੱਕ ਮੋਨਿਕਾ ਸਿੰਘ ਜੀ ਹੈਗੇ ਨੇ, ਅਸੀਂ ਕਈ ਵਾਰੀ ਪ੍ਰੋਗਰਾਮ ਇਕੱਠੇ ਕਰਦੇ ਹਾਂ, ਡਾਕਟਰ ਮੋਨਿਕਾ ਸਿੰਘ ਹੈਗੇ ਨੇ, ਉਹ ਜਿਹੜੇ ਬੱਚਿਆਂ ਦਾ ਹਾਲੇ ਜਨਮ ਨਹੀਂ ਹੋਇਆ ਉਹਨਾਂ ਦੇ ਮਾਈਂਡ ਸੈਟ ਨੂੰ ਟ੍ਰੀਟ ਕਰਦੇ ਹੈਗੇ ਨੇ। ਉਹ ਤਕਰੀਬਨ 10-12 ਹਜ਼ਾਰ ਕੇਸਿਸ ਕਰ ਚੁੱਕੇ ਨੇ, ਉਹ 98% ਉਹਨਾਂ ਦਾ ਸਕਸੈਸ ਰੇਟ ਹੈਗਾ। ਮੈਂ ਤੇ ਜਿਹੜੇ ਹੁਣ ਹੈਗੇ ਨੇ ਸਾਡੇ ਨਾਲ ਦੁਨੀਆ 'ਚ ਇਸ ਵਕਤ ਆਸ-ਪਾਸ ਸਾਡੇ, ਉਹਨਾਂ ਦਾ ਮੈਂ ਕਰਦਾ, ਉਹ ਅਨਬੋਰਨ ਬੇਬੀਜ਼ ਦੇ ਮਾਈਂਡ ਨੂੰ ਮਤਲਬ ਕਿ ਇਹ ਚੀਜ਼ ਪ੍ਰੋਗਰਾਮਿੰਗ ਕਰਦੇ ਨੇ ਕਿ ਕਿਸ ਤਰ੍ਹਾਂ ਦਾ ਬੇਬੀ ਸਾਨੂੰ ਚਾਹੀਦਾ ਹੈਗਾ, ਕਿਸ ਤਰ੍ਹਾਂ ਦੀਆਂ ਕੁਆਲਿਟੀਜ਼ ਉਹਦੇ ਚਾਹੀਦੀਆਂ, ਉਹ ਉਹਨਾਂ ਦੇ ਮਾਈਂਡ ਨੂੰ ਟ੍ਰੀਟ ਕਰਕੇ ਉਸ ਤਰ੍ਹਾਂ ਦੇ ਲੈਵਲ ਦੇ ਉੱਤੇ ਕੰਮ ਕਰਦੇ ਨੇ। ਉਹ ਇੱਥੇ ਗੁੜਗਾਉਂ ਦੇ ਕਾਫੀ ਵੱਡੇ ਹਸਪੀਟਲ ਵਿੱਚ ਹੈਗੇ ਨੇ ਔਰ ਉਸ ਲੈਵਲ ਤੇ ਕੰਮ ਕਰਦੇ ਨੇ। ਤੇ ਨਾਂ ਨਾਲ ਕੋਈ ਫਰਕ ਨਹੀਂ ਪੈਂਦਾ, ਨਾ ਕੋਈ ਵੀ ਹੋਏ। ਮੇਰਾ ਹੈਗਾ, ਹੁਣ ਮੇਰਾ ਨਾਂ ਤਾਂ JPS ਜੋਲੀ ਹੈ, ਲੇਕਿਨ ਮੈਂ ਕਹਿ ਸਕਦਾ ਹਾਰਡਲੀ 1% ਲੋਕ ਵੀ ਮਤਲਬ ਕਿ ਕਈ ਪ੍ਰੋਗਰਾਮ ਚੈਨਲ ਵਾਲੇ ਇੰਟਰਵਿਊ ਕਰਦੇ ਨੇ ਤੇ ਉਹ ਕਹਿੰਦੇ ਜੀ ਸੌਰੀ ਸਾਨੂੰ ਇਹਨਾਂ ਦਾ ਓਰੀਜਨਲ ਨਾਂ ਤੇ ਨਹੀਂ ਪਤਾ, ਲੇਕਿਨ ਇਹ ਸਾਡੇ ਜੋਲੀ ਅੰਕਲ ਹੈਗੇ ਨੇ। ਅੱਛਾ। ਲੇਕਿਨ ਉਹ ਨਾਮ ਵਿੱਚ ਮੈਂ ਇੱਕ ਚੀਜ਼ ਜ਼ਰੂਰ ਕਹਿਣਾ ਚਾਹਾਂਗਾ ਕਿ ਨਾਂ ਹਮੇਸ਼ਾ ਬਿਲਕੁਲ ਸਿੰਪਲ ਹੋਣਾ ਚਾਹੀਦਾ ਹੈ, ਈਜ਼ੀ ਹੋਣਾ ਚਾਹੀਦਾ ਹੈ, ਜਿਹਨੂੰ ਬੋਲਣ ਵਿੱਚ ਲੌਂਗ ਟਾਈਮ ਵਿੱਚ ਜਦੋਂ ਬੱਚਾ ਸਕੂਲ ਜਾਏ ਜਾਂ ਬਾਅਦ ਵਿੱਚ ਲਾਈਫ ਵਿੱਚ ਕਦੀ ਵੀ ਉਸ ਨਾਂ ਦਾ ਮਜ਼ਾਕ ਨਾ ਬਣੇ ਜਾਂ ਕਿਸੇ ਚੀਜ਼ ਨਾਲ ਲਿੰਕ ਕਰਕੇ ਕੋਈ ਇਸ ਤਰ੍ਹਾਂ ਦੀ ਸਿਚੁਏਸ਼ਨ ਨਹੀਂ ਬਣੇ ਜਿਹਦੇ ਕਰਕੇ ਬੱਚੇ ਨੂੰ ਬਾਅਦ ਵਿੱਚ ਐਂਬੈਰਸ ਫੀਲ ਕਰਨਾ ਪਏ। ਤੇ ਜੇ ਕੋਈ ਚਾਹੁੰਦਾ ਹੈ ਕਿ ਤੁਹਾਨੂੰ ਆਪਣੇ ਸਿਗਨੇਚਰ ਭੇਜ ਕੇ ਤੇ ਉਹ ਕਿ ਤੁਸੀਂ ਉਹਨੂੰ ਐਨਾਲਾਈਜ਼ ਕਰੋ, ਤੇ ਕੀ ਤਰੀਕਾ ਹੈ ਆਸਾਨ ਤਰੀਕਾ ਕਿ ਤੁਹਾਨੂੰ ਫੋਟੋ ਖਿੱਚ ਕੇ ਭੇਜੀ ਜਾਵੇ? ਕਿਉਂਕਿ ਅੱਜ ਕੱਲ ਤੇ ਤੁਹਾਨੂੰ ਪਤਾ ਹੈ ਕਿ ਬਾਰਡਰਸ ਕਲੋਜ਼ ਨੇ ਤੇ ਤੁਹਾਨੂੰ ਵਿਜ਼ਿਟ ਕਰਨਾ ਥੋੜਾ ਮੁਸ਼ਕਿਲ ਹੋਵੇਗਾ। ਤੇ ਜਿਹੜੇ ਹੁਣ ਆਨਲਾਈਨ ਸਾਡੇ ਨਾਲ ਜੁੜੇ ਹੋਏ ਨੇ ਜਾਂ ਮੇਰੇ ਵਰਗੇ ਵੀ ਜੇ ਚਾਹੁੰਦੇ ਹੋਣ, ਤੇ ਕਿਸ ਤਰ੍ਹਾਂ ਪੋਸੀਬਲ ਹੈ ਕਿ ਤੁਹਾਨੂੰ ਸਿਗਨੇਚਰ ਭੇਜੇ ਜਾਣ ਤਾਂ ਜੋ ਤੁਸੀਂ? ਮੇਰੇ ਕੋਲ ਪੂਰੇ ਇੰਡੀਆ ਤੋਂ ਆਲਮੋਸਟ ਡੇਲੀ ਸਿਗਨੇਚਰਸ ਆਉਂਦੇ ਨੇ, ਇਧਰੋਂ ਸਿੰਗਾਪੁਰ, ਮਲੇਸ਼ੀਆ ਤੋਂ ਲੈ ਕੇ ਤੁਹਾਡੇ ਆਸਟ੍ਰੇਲੀਆ ਤੋਂ ਵੀ ਕਾਫੀ ਲੋਕ ਨੇ, ਈਵਨ ਕੁਝ ਡਾਕਟਰਸ ਹੈਗੇ ਨੇ ਉਹ ਬਹੁਤ ਰੈਗੂਲਰਲੀ ਫੋਲੋ ਕਰਦੇ ਨੇ। ਉਧਰ ਇੰਗਲੈਂਡ, ਕੈਨੇਡਾ, US, ਕੈਨੇਡਾ ਤੋਂ ਬਹੁਤ ਸਾਰੇ ਕਲਾਇੰਟਸ ਹੈਗੇ ਨੇ ਮੇਰੇ। ਉਹ ਅਸੀਂ ਆਨਲਾਈਨ ਮਤਲਬ ਕਿ ਉਹ ਮੈਨੂੰ ਫੋਟੋ ਖਿੱਚ ਕੇ ਭੇਜ ਦਿੰਦੇ ਨੇ, ਹੈਂਡਰਾਈਟਿੰਗ ਦਾ ਇੱਕ ਮੈਂ ਫਾਰਮ ਦੇਣਾ ਉਹਨਾਂ ਨੂੰ, ਭੇਜ ਦੇਣਾ WhatsApp ਦੇ ਉੱਤੇ ਜਾਂ ਈਮੇਲ ਕਰ ਦੇਈਦਾ, ਉਹਨੂੰ ਕੰਪਲੀਟ ਕਰਕੇ ਉਹਦੀ ਫੋਟੋ ਖਿੱਚ ਕੇ ਮੈਨੂੰ ਭੇਜ ਦਿੰਦੇ ਨੇ। ਮੈਂ ਉਸ ਨੂੰ ਡਿਟੇਲ ਸਟੱਡੀ ਕਰਕੇ, ਜਿਸ ਤਰ੍ਹਾਂ ਵੀ ਟਾਈਮ ਹੁੰਦਾ, ਕਈ ਵਾਰੀ ਸੇਮ ਡੇ, ਕਈ ਵਾਰੀ ਨੈਕਸਟ ਡੇ, ਜਾਂ ਰਸ਼ ਹੋਇਆ ਤੇ ਸੈਟਰਡੇ ਸੰਡੇ ਰਸ਼ ਹੁੰਦਾ ਮੇਰੇ ਕੋਲ ਥੋੜਾ, ਤੇ 1-2 ਦਿਨ ਬਾਅਦ ਮੈਂ ਡਿਟੇਲ ਉਹਨੂੰ ਐਨਾਲਿਸਿਸ ਕਰਕੇ ਉਹਦੀ ਡਿਟੇਲ ਰਿਪੋਰਟ ਬਣਾ ਕੇ ਪਰਸਨਲੀ ਡਿਸਕਸ ਵੀ ਕਰਦਾ, ਮੈਂ ਸਾਰਾ ਐਕਸਪਲੇਨ ਵੀ ਕਰਦਾ ਉਹਨਾਂ ਨੂੰ, ਕਿਉਂਕਿ ਗਲਤੀ ਤੇ ਹੈਗੀ ਏ, ਗਲਤੀ ਉਹਨਾਂ ਨੂੰ ਵੀ ਪਤਾ ਹੈ ਕਿ ਉਹਨਾਂ ਨੂੰ ਸਕਸੈਸ ਨਹੀਂ ਮਿਲ ਰਹੀ, ਉਹਨਾਂ ਨੂੰ ਅਨਐਕਸਪੈਕਟਡ ਪ੍ਰੋਬਲਮ ਆ ਰਹੀਆਂ ਨੇ ਲਾਈਫ ਵਿੱਚ, ਲੇਕਿਨ ਉਹਦਾ ਸੋਲੂਸ਼ਨ ਕੀ ਹੈਗਾ? ਮੇਨ ਚੀਜ਼ ਤੇ ਹੈਗੀ ਕਿ ਸੋਲੂਸ਼ਨ ਕੀ ਹੈ, ਅਸੀਂ ਸੋਲੂਸ਼ਨ ਦੀ ਗੱਲ ਕਰੀਏ। ਤੇ ਫਿਰ ਮੈਂ ਉਹਦੇ ਬਾਅਦ ਸਾਰਾ ਐਕਸਪਲੇਨ ਕਰਨ ਤੋਂ ਬਾਅਦ ਉਹਨਾਂ ਨੂੰ ਦੱਸਦਾ ਕਿ ਇਸ ਚੀਜ਼ ਨੂੰ ਤੁਸੀਂ ਇਸ ਤਰ੍ਹਾਂ ਠੀਕ ਕਰੋ। ਹੁਣ ਕਈ ਲੋਕੀ ਫਸਟ ਲੈਟਰ ਲਿਖਦੇ ਨੇ, ਉਹਨੂੰ ਸਰਕਲ ਵਿੱਚ ਬੰਦ ਕਰ ਦਿੰਦੇ ਨੇ। ਜਿਵੇਂ ਉਹ ਸਰਕਲ ਵਿੱਚ ਬੰਦ ਕਰ ਦਿੰਦੇ ਨੇ ਤੇ ਉਹਨਾਂ ਦਾ ਸੋਚ ਦਾ ਜਿਹੜਾ ਦਾਇਰਾ ਹੈਗਾ ਉਹ ਬਹੁਤ ਛੋਟਾ ਹੋ ਜਾਂਦਾ ਹੈ। ਉਹ ਇੱਕ ਕੰਫਰਟ ਜ਼ੋਨ ਦੇ ਅੰਦਰ ਹੀ ਆਪਣੇ ਆਪ ਨੂੰ ਰੱਖਣਾ ਚਾਹੁੰਦੇ ਨੇ, ਉਸ ਤੋਂ ਬਾਹਰ ਨਿਕਲ ਕੇ ਥੋੜਾ ਵੀ ਰਿਸਕ ਲੈ ਕੇ ਲਾਈਫ ਨੂੰ ਅੱਗੇ ਨਹੀਂ ਵਧਾਉਣਾ ਚਾਹੁੰਦੇ। ਉਹ ਕਹਿੰਦੇ ਨਹੀਂ ਬਸ ਅਸੀਂ ਜਿੱਥੇ ਹੈਗੇ ਆ ਠੀਕ ਹੈ। ਹੁਣ ਜਿਹੜੇ ਬਹੁਤ ਜ਼ਿਆਦਾ ਗੈਪ ਦੇ ਕੇ ਲਿਖਦੇ ਹੈਗੇ ਨੇ, ਉਹ ਨਾਰਮਲੀ ਕਰਾਊਡਡ ਪਲੇਸ ਵਿੱਚ ਜਾ ਕੇ ਅਨਈਜ਼ੀ ਫੀਲ ਕਰਦੇ ਨੇ। ਉਹ ਕਹਿੰਦੇ ਕਿ ਜਿੱਥੇ ਬਸ ਫੈਮਿਲੀ ਦੇ ਲੋਕ ਨੇ ਜਾਂ ਥੋੜੇ ਜਿਹੇ ਫਰੈਂਡ ਹੈਗੇ ਨੇ, ਉੱਥੇ ਬਸ ਉਹ ਇੰਜੋਏ ਕਰਦੇ ਨੇ, ਉੱਥੇ ਉਹਨਾਂ ਨੂੰ ਚੰਗਾ ਲੱਗਦਾ ਹੈਗਾ। ਤੇ ਇਹ ਕੁਝ ਬੇਸਿਕ ਚੀਜ਼ਾਂ ਹੈਗੀਆਂ ਨੇ, ਲੇਕਿਨ ਇੱਕ ਡਾਟ ਦਾ, I ਦਾ ਡਾਟ ਹੈ, J ਦਾ ਡਾਟ ਹੈ, ਉਹ ਅਸੀਂ ਕਿੱਥੇ ਲਗਾ ਰਹੇ ਹਾਂ? ਲੈਫਟ ਤੇ ਲੱਗ ਰਿਹਾ, ਰਾਈਟ ਤੇ ਲੱਗ ਰਿਹਾ, ਉੱਪਰ ਲਗਾ ਰਹੇ ਹਾਂ,
ਕੁਝ ਉਸ ਨੂੰ ਸਰਕਲ ਬਣਾ ਦਿੰਦੇ ਨੇ ਉੱਪਰ, ਕੁਝ ਉਸ ਨੂੰ ਹੈਸ਼ ਲਗਾ ਦਿੰਦੇ ਨੇ, ਤੇ ਹਰ ਚੀਜ਼ ਦੀ ਰੀਡਿੰਗ ਜਿਹੜੀ ਉਹ ਬਦਲ ਜਾਂਦੀ ਹੈ। ਤੇ ਮੈਨੂੰ ਸਾਰੇ ਐਸਪੈਕਟ ਨੂੰ ਦੇਖ ਕੇ ਤੇ ਫਿਰ ਮੈਂ ਤਾਂ ਹੀ ਕਿਸੇ ਚੀਜ਼ ਦੇ ਉੱਤੇ ਕਮੈਂਟ ਕਰਦਾ ਜੀ। ਜੇ ਕਿਸੇ ਨੇ ਤੁਹਾਨੂੰ ਆਪਣੇ ਸਿਗਨੇਚਰ ਭੇਜਣੇ ਹੋਣ ਤਾਂ ਮੈਂ ਇੱਥੇ ਆਪਣੇ ਸਿਗਨੇਚਰ ਕੀਤੇ ਨੇ, ਮੈਂ ਕੈਮਰੇ ਦੇ ਅੱਗੇ ਕਰਕੇ ਤੁਹਾਨੂੰ ਦਿਖਾ ਸਕਦੀ ਹਾਂ ਕਿ ਇਸ ਫਾਰਮ ਵਿੱਚ ਤੁਹਾਨੂੰ ਜੇ ਸਿਗਨੇਚਰ ਕਰਕੇ ਭੇਜ ਦੇਣ ਕੋਈ ਤੇ ਤੁਸੀਂ ਉਹਨੂੰ ਸਟੱਡੀ ਕਰ ਸਕਦੇ ਹੋ। ਹਾਂ, ਸਿਗਨੇਚਰ ਦੇਖੋ ਇਹਦੇ ਚ ਨਾ ਮੁਸ਼ਕਿਲ ਨਾਲ 5-7 ਵਰਡ ਲੈਟਰ ਅਲਫਾਬੈਟਸ ਆਉਂਦੇ ਹੈਗੇ ਨੇ, ਲੇਕਿਨ ਜਿਹਦੇ ਨਾਲ ਇੱਕ ਸੈਂਟੈਂਸ ਮੈਂ ਬਣਾਇਆ ਹੈਗਾ ਉਹ ਮਤਲਬ ਕਿ ਜਿੱਦਾਂ ਲਿਖ ਕੇ ਭੇਜ ਦਿੰਦੇ ਉਹਦੇ ਚ A to Z ਸਾਰੇ ਵਰਡਸ ਆ ਜਾਂਦੇ, ਜੋ ਮਿਨੀਮਮ 3-4 ਵਾਰੀ ਲਿਖ ਕੇ ਭੇਜ ਦਿੰਦੇ ਨੇ। ਉਹਦੇ ਨਾਲ ਕੀ ਹੈਗਾ ਕਿ ਮੈਂ ਕੰਪਲੀਟ ਪਰਸਨੈਲਿਟੀ ਨੂੰ ਇੱਕੋ ਵਾਰੀ ਐਨਾਲਾਈਜ਼ ਕਰ ਲੈਣਾ, ਤੇ ਜੇ ਕਰਨਾ ਹੋਏਗਾ ਤੇ ਫਿਰ ਅਸੀਂ ਉਹ ਮੈਂ ਫਾਰਮ ਤੁਹਾਨੂੰ ਵੀ ਭੇਜ ਦਿਆਂਗਾ, ਤੇ ਉਹ ਕਿਸੇ ਨਾਲ ਵੀ ਤੁਸੀਂ ਸ਼ੇਅਰ ਕਰਕੇ ਉਹ ਮੈਨੂੰ ਕੰਪਲੀਟ ਕਰਕੇ ਭੇਜ ਦੇਣਗੇ। ਤੇ ਉਹਦੇ ਨਾਲ ਕੀ ਕਿ ਪੂਰੀ ਪਰਸਨੈਲਿਟੀ ਨੂੰ ਸਿਗਨੇਚਰ ਵਿੱਚ ਕੀ ਹੈਗਾ ਕਿ ਹੁਣ ਬਹੁਤ ਸਾਰੇ ਸਿਗਨੇਚਰ ਵਿੱਚ ਜਿਵੇਂ ਮਨੀ ਬੈਗ, ਫਾਈਨੈਂਸ਼ੀਅਲ ਇਸ਼ੂਜ਼ ਬਹੁਤ ਸਾਰੇ ਆਂਦੇ ਹੁੰਦੇ ਨੇ, ਤੇ ਉਹ ਮਨੀ ਬੈਗ ਦੇ ਕੋਈ ਵੀ ਲੈਟਰ ਲੂਪਸ ਆਂਦੇ ਹੀ ਨਹੀਂ ਹੈਗੇ ਕਿਸੇ ਉਹਦੇ ਚ। ਫਿਰ ਉਹ ਸੋਚਣਾ ਪੈਂਦਾ, ਸਾਨੂੰ ਦੇਖਣਾ ਪੈਂਦਾ ਕਿ ਕਿਉਂਕਿ ਪੈਸਾ ਤੇ ਸਾਰਿਆਂ ਨੂੰ ਚਾਹੀਦਾ ਹੈ, ਜੇ ਦੁਨੀਆ ਚ ਆਇਆ ਕੋਈ ਵੀ ਕੰਮ ਪੈਸੇ ਬਗੈਰ ਤੇ ਹੋਣਾ ਨਹੀਂ। ਤੇ ਉਹਦੇ ਲਈ ਕੀ ਹੈਗਾ ਫਿਰ ਜਿਹੜੇ ਹੁਣ ਵਾਈ ਦਾ ਲੂਪ, ਜੇ ਦਾ ਲੂਪ, ਜੇ ਇਹ ਬਿਲਕੁਲ ਨੀਚੇ ਖੁੱਲੇ ਹੋਏ ਨੇ, ਉਹਦੇ ਨਾਲ ਕੀ ਕਿ ਆਦਮੀ ਪੈਸਾ ਕਮਾਉਂਦਾ ਤੇ ਹੈ, ਲੇਕਿਨ ਪੈਸਾ ਆਉਣ ਤੋਂ ਪਹਿਲੇ ਸਾਡੇ ਜਿਹੜੇ ਖਰਚੇ ਅਨਐਕਸਪੈਕਟਿਡ, ਕਦੀ ਕੋਈ ਗੈਸਟ ਆ ਜਾਏਗਾ, ਕਦੀ ਕਿਧਰੇ ਸਾਨੂੰ ਬਾਈ ਚਾਂਸ ਐਮਰਜੈਂਸੀ ਟਰੈਵਲ ਕਰਨਾ ਪੈ ਜਾਏਗਾ, ਜਾਂ ਕੋਈ ਘਰ 'ਚ ਐਮਰਜੈਂਸੀ ਹੋ ਗਈ, ਡਾਕਟਰਸ ਨੂੰ ਪੇ ਕਰਨਾ ਪੈ ਜਾਂਦਾ ਹੈਗਾ। ਪੈਸਾ ਅਸੀਂ ਰੋਕ ਨਹੀਂ ਪਾਉਂਦੇ, ਤੇ ਪੈਸਾ ਕਮਾਉਣਾ ਇੱਕ ਚੀਜ਼ ਹੈਗੀ ਏ, ਪੈਸੇ ਨੂੰ ਸੇਵ ਕਰਨਾ ਵੀ ਜ਼ਰੂਰੀ ਹੈ, ਔਰ ਪੈਸੇ ਨੂੰ ਫਿਊਚਰ ਲਈ ਰੀਸਾਈਕਲ ਕਰਨਾ ਬੜਾ ਇੰਪੋਰਟੈਂਟ ਹੈ ਅੱਜ ਦੀ ਡੇਟ ਵਿੱਚ। ਹੁਣ ਜਿੱਦਾਂ ਕਰੋਨਾ ਆ ਗਿਆ, ਮਤਲਬ ਕਿ ਬਹੁਤ ਸਾਰੇ ਲੋਕ ਸੀ ਜਿਹੜੇ ਲੱਖਾਂ ਕਰੋੜਾਂ ਰੁਪਏ ਮਤਲਬ ਕਿ ਜਿਨ੍ਹਾਂ ਦਾ ਬਿਜ਼ਨਸ ਚੱਲ ਰਿਹਾ ਸੀ, ਲੇਕਿਨ ਉਹਨਾਂ ਨੇ ਸੇਵਿੰਗ ਵੱਲ ਕਦੀ ਧਿਆਨ ਨਹੀਂ ਦਿੱਤਾ। ਔਰ ਆਲ ਆਫ ਸਡਨ ਜਿਵੇਂ ਕਰੋਨਾ ਆਇਆ, ਲਾਕਡਾਊਨ ਹੋ ਗਏ, ਔਰ ਮਹੀਨੇ 2 ਮਹੀਨੇ ਚ ਉਹਨਾਂ ਦੀ ਇਸ ਤਰ੍ਹਾਂ ਦੀ ਹਾਲਤ ਹੋ ਗਈ ਕਿ ਵਿਚਾਰੇ ਮਤਲਬ ਕਿ ਘਰ ਪਰਿਵਾਰ ਦੇ ਖਰਚੇ ਚਲਾਣੇ ਵੀ ਉਹਨਾਂ ਲਈ ਮੁਸ਼ਕਿਲ ਹੋ ਗਏ। ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਤਾਂ ਹੀ ਇੱਕ ਬੈਲੈਂਸ ਪਰਸਨੈਲਿਟੀ ਜਿਹੜੀ ਉਹ ਬਣ ਸਕਦੀ ਹੈ ਜੀ। ਇੱਥੇ ਆਤਮ ਜੀ ਕਹਿੰਦੇ ਨੇ ਕਿ ਮੇਰੇ ਮਦਰ ਇੱਕ ਦਿਨ ਵੀ ਸਕੂਲ ਨਹੀਂ ਗਏ ਪਰ ਉਹਨਾਂ ਨੂੰ ABC ਲਿਖਣੀ ਆਉਂਦੀ ਸੀ, ਇਸੇ ਤਰ੍ਹਾਂ ਉਹ ਪੰਜਾਬੀ ਦਾ ਊੜਾ ਐੜਾ ਲਿਖ ਲੈਂਦੇ ਸੀ ਤੇ ਸਾਈਨ ਉਹ ਪੰਜਾਬੀ ਚ ਕਰਦੇ ਸਨ। ਕੀ ਉਹਨਾਂ ਦੀ ਸਿਰਫ ਲਿਖੀ ਹੋਈ ABC ਤੋਂ ਹੀ ਉਹਨਾਂ ਦੀ ਨੇਚਰ ਜਾਣਿਆ ਜਾ ਸਕਦਾ? ਸਿਰਫ ABC ਤੋਂ ਨਹੀਂ, ਜਾਂ ਤੇ ਉਹ ਸਾਈਨ ਕਰਕੇ ਦੇਣ ਜਾਂ ਮੈਨੂੰ ਕੋਈ ਇੱਕ ਸੈਂਟੈਂਸ ਲਿਖ ਕੇ ਦੇਣ, ਉਸ ਤੋਂ ਮੈਂ ਡੈਫੀਨੇਟਲੀ ਮਤਲਬ ਕਿ ਪੂਰਾ ਐਨਾਲਾਈਜ਼ ਕਰਕੇ ਤੇ ਮੈਂ ਉਹਨਾਂ ਨੂੰ ਸਟੱਡੀ ਕਰਕੇ ਦੱਸ ਸਕਦਾ, ਉਹਦੇ 'ਚ ਕੋਈ ਦਿੱਕਤ ਨਹੀਂ ਜੀ। ਤੇ ਨਾਲ ਹੀ ਸਵਾਲ ਇੱਕ ਇਹ ਵੀ ਹੈਗਾ ਕਿ ਤੁਸੀਂ ਹੁਣ ਚਲੋ ਗ੍ਰਾਫੋਲੋਜੀ ਬਾਰੇ ਬਹੁਤ ਗੱਲਬਾਤ ਹੋ ਗਈ, ਤੁਹਾਡੇ ਬਾਰੇ ਗੱਲ ਕਰਦੇ ਹਾਂ ਕਿ ਤੁਹਾਡਾ ਨਾਮ ਜੌਲੀ ਅੰਕਲ ਕਿਸ ਤਰ੍ਹਾਂ ਪਿਆ? ਮੇਰੇ ਖਿਆਲ ਕਈ 100 ਇੰਟਰਵਿਊ ਇਸ ਤਰ੍ਹਾਂ ਦੇ ਇੰਡੀਆ ਤੋਂ ਬਾਹਰ ਬਹੁਤ ਸਾਰੇ ਕੰਟਰੀਜ਼ ਦੇ ਵਿੱਚ ਹੋ ਚੁੱਕੇ ਨੇ। ਇਹ ਸਵਾਲ ਤਕਰੀਬਨ ਹਰ ਇੰਟਰਵਿਊ 'ਚ ਜ਼ਰੂਰ ਆਉਂਦਾ ਹੈਗਾ, ਕਿਧਰੇ ਸ਼ੁਰੂ 'ਚ ਆ ਜਾਂਦਾ। ਤੇ ਸਗੋਂ ਉਸ ਦਿਨ ਵੀ ਇੱਕ ਬਹੁਤ ਅੱਛੇ ਇੱਥੇ ਟੈਡਐਕਸ ਸਪੀਕਰ ਹੈਗੇ ਨੇ, ਉਹ ਇੰਟਰਵਿਊ ਕਰ ਰਹੇ ਸੀ ਤੇ ਉਹਨਾਂ ਨੇ ਵੀ ਜੌਲੀ ਅੰਕਲ ਦੇ ਉੱਤੇ ਸਵਾਲ ਪੁੱਛਿਆ, ਫਿਰ 1-2 ਗੱਲਾਂ ਕੀਤੀਆਂ ਤੇ ਫਾਈਨਲੀ ਕਹਿਣ ਲੱਗੇ, ਕਹਿੰਦੇ ਮੈਨੂੰ ਤੇ ਤੁਹਾਡਾ ਨਾਂ ਬਹੁਤ ਚੰਗਾ ਲੱਗਾ। ਤੇ ਮੈਂ ਉਹਨਾਂ ਨੂੰ ਕਿਹਾ ਜੀ ਇਹ ਨਾਂ ਤੁਸੀਂ ਰੱਖ ਲਓ, ਮੈਂ ਕੋਈ ਹੋਰ ਰੱਖ ਲੈਣਾ। ਐਕਚੁਅਲੀ ਮੈਂ ਬੁੱਕਸ ਲਿਖਣ ਤੋਂ ਪਹਿਲੇ ਨਾ ਪ੍ਰਿੰਟ ਮੀਡੀਆ ਲਈ ਲਿਖਦਾ ਸੀ, ਤੇ ਉੱਥੇ ਬਾਈ ਚਾਂਸ ਮੇਰਾ ਨਾਂ ਜਤਿੰਦਰ ਜੌਲੀ ਹੈਗਾ, ਤੇ ਜਤਿੰਦਰ ਜੌਲੀ ਦੇ ਨਾਂ ਤੇ ਮੈਂ ਲਿਖਦਾ ਸੀ, ਲੇਕਿਨ ਉਹਨਾਂ ਦਿਨਾਂ 'ਚ ਕੰਪਿਊਟਰ ਔਰ ਫੈਸਿਲਿਟੀਜ਼ ਨਹੀਂ ਸੀ ਈਮੇਲ ਵਗੈਰਾ ਦੀਆਂ, ਤੇ ਉਹ ਹੈਂਡ ਰਿਟਨ ਨੋਟਸ ਬਣਾ ਕੇ ਅਸੀਂ ਆਰਟੀਕਲ ਬਣਾਉਂਦੇ ਸੀ, ਤੇ ਉਹਦੇ 'ਚ 1-2 ਵਾਰੀ ਐਕਚੁਅਲੀ ਨੀਚੇ ਨਾਂ ਲਿਖਣਾ ਰਹਿ ਗਿਆ ਸੀ, ਤੇ ਉਹ ਜਿਹਨੇ ਕੰਪੋਜ਼ ਕੀਤਾ ਨਿਊਜ਼ਪੇਪਰ ਤੇ ਉਹਨੇ ਫਿਰ ਜੌਲੀ ਅੰਕਲ ਲਿਖਤਾ ਵੀ ਉਹਨਾਂ ਦੇ ਘਰੋਂ ਆਇਆ ਹੈ ਤੇ ਜੌਲੀ ਅੰਕਲ ਦਾ ਹੈਗਾ। ਤੇ ਬਾਈ ਮਿਸਟੇਕ ਹੋਇਆ ਸੀ ਇਹਦੇ ਵਿੱਚ, ਮਤਲਬ ਕਿ ਇਹ ਉਸ ਵਾਹਿਗੁਰੂ ਦੀ ਬਖਸ਼ਿਸ਼ ਹੈ ਕਿ ਅੱਜ ਹੁਣ ਗੂਗਲ ਦੇ ਉੱਤੇ ਵੀ ਜਤਿੰਦਰ ਜੌਲੀ ਨੂੰ ਸ਼ਾਇਦ ਕੁਝ ਨਹੀਂ ਲੱਭਦਾ ਹੈਗਾ,
लेकिन जॉली अंकल लिखोगे तो सारी डिटेल जन्म पत्री मेरी खोल देता गूगल बाबा। ਹਾਂਜੀ, ਤੇ ਜੌਲੀ ਬਾਈ ਨੇਚਰ ਵੀ ਮੈਨੂੰ ਤੁਸੀਂ ਲੱਗਦੇ ਹੀ ਹੋ, ਹੈਨਾ, ਤੇ ਮੈਨੂੰ ਲੱਗਦਾ ਹੈ ਕਿ ਵਧੀਆ ਕਿ ਤੁਹਾਡੇ ਨਾਂ ਨਾਲ ਭਾਵੇਂ ਐਕਸੀਡੈਂਟਲੀ ਬਾਈ ਮਿਸਟੇਕ ਤੁਹਾਡਾ ਨਾਮ ਪਿਆ, ਪਰ ਮੈਨੂੰ ਲੱਗਦਾ ਹੈ ਕਿ ਤੁਸੀਂ ਸ਼ਾਇਦ ਜੌਲੀ ਨੇਚਰ ਵੀ ਰੱਖਦੇ ਹੋ। ਕਿਵੇਂ, ਸਹੀ ਹੈ ਜਾਂ ਗਲਤ? ਹਾਂਜੀ, ਤੇ ਨਾਲ ਦੀ ਨਾਲ ਹੀ ਸਾਨੂੰ ਇੱਕ ਸਵਾਲ ਵੀ ਆ ਗਿਆ ਕਿ ਇਸ ਟੌਪਿਕ ਦਾ ਤੁਹਾਡੀ ਕੋਈ ਬੁੱਕਸ 'ਚ ਸੀ, उसका नाम रिपीट करना प्लीज। जी, एक किताब हैगी ग्राफोलॉजी कामयाबी की मास्टर चाबी। ओके, अच्छा, ते Amazon तो भी मिल जाती है, सो ऑनलाइन ਜਿਹੜੀ ਆ ਉਹ Amazon ਤੇ Flipkart ਤੇ ਜਿੰਨੇ ਲੀਡਿੰਗ ਬੁੱਕ ਮੇਰੀਆਂ ਸਾਰੀਆਂ ਕਿਤਾਬਾਂ, ਐਕਚੁਅਲੀ ਮੈਂ ਬਹੁਤ ਲੱਕੀ ਹਾਂ, ਇੰਡੀਆ ਦੇ ਲੀਡਿੰਗ ਪਬਲਿਸ਼ਰਸ ਜਿਹੜੇ ਨੇ, ਡਾਇਮੰਡ ਬੁੱਕਸ ਹੈ, ਪ੍ਰਭਾਤ ਪ੍ਰਕਾਸ਼ਨ ਹੈ, ਬੁੱਕ ਲਾਈਨ ਵਾਲੇ ਨੇ, ਪੀਕੌਕ ਬੁੱਕਸ ਹੈ। ਇੱਕ ਕਿਤਾਬ ਗਵਰਨਮੈਂਟ ਨੇ ਬਣਾਈ ਸੀ, ਉਹ ਮੈਂ ਬੱਚਿਆਂ ਲਈ ਇੱਕ ਕਿਤਾਬ ਲਿਖੀ ਸੀ, ਸਟੋਰੀ ਬੁੱਕਸ ਚਿੰਗਾਰੀ, NBT ਹੈਗੀ, ਨੈਸ਼ਨਲ ਬੁੱਕ ਟਰਸਟ ਆਫ ਇੰਡੀਆ, ਉਹ ਉਹਨਾਂ ਨੇ ਬਣਾਈ ਹੈ। ਤੇ ਬਾਕੀ 36 ਕਿਤਾਬਾਂ ਜਿਹੜੇ ਨੇ ਉਹ ਪ੍ਰਾਈਵੇਟ ਪਬਲਿਸ਼ਰਸ ਹੈਗੇ ਨੇ, ਪਰ ਸਾਰੇ ਬਹੁਤ ਇੰਡੀਆ ਦੇ ਲੀਡਿੰਗ ਪਬਲਿਸ਼ਰਸ ਹੈਗੇ ਨੇ। ਤੇ ਮੈਂ ਬਹੁਤ ਲੱਕੀ ਹਾਂ ਕਿ ਇੰਡੀਆ ਜਦੋਂ ਲਿਖਦਾ ਸੀ ਤੇ ਉਸ ਟਾਈਮ ਤੱਕ ਨਾਂ ਕਾਫੀ ਪਪੂਲਰ ਹੋ ਚੁੱਕਾ ਸੀ, ਜੌਲੀ ਅੰਕਲ ਬ੍ਰਾਂਡ ਬਣ ਚੁੱਕਾ ਸੀ ਇੱਕ, ਤੇ ਅੱਜ ਪਬਲਿਸ਼ਰ ਹੀ ਆ ਕੇ ਦੱਸਦੇ ਨੇ ਕਿ ਜੌਲੀ ਅੰਕਲ ਦੇ ਬ੍ਰਾਂਡ ਦੇ ਨਾਲ ਬਸ ਲੋਗੋ ਲੱਗਾ ਹੁੰਦਾ ਤੇ ਕਿਤਾਬ ਵਿਕ ਜਾਂਦੀ ਹੈਗੀ ਹੈ। ਤੇ ਮੈਂ ਬਹੁਤ ਲੱਕੀ ਹਾਂ, ਕੁਝ ਕਿਤਾਬਾਂ ਮੇਰੀਆਂ 1-1 ਲੱਖ 1.5 ਲੱਖ ਕਾਪੀ ਤੋਂ ਜ਼ਿਆਦਾ ਆਲਰੇਡੀ ਵਿਕ ਚੁੱਕੀਆਂ ਨੇ। ਓਕੇ, ਵੈਰੀ ਨਾਈਸ ਜੀ, ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਉਸ ਵਾਸਤੇ। ਤੇ ਤੁਹਾਡਾ ਮਤਲਬ ਕਿ ਕਿਸ ਟੌਪਿਕ ਤੇ ਤੁਸੀਂ ਕਿਤਾਬਾਂ ਲਿਖਦੇ ਹੋ? ਸ਼ੁਰੂਆਤ ਜਦੋਂ ਮੈਂ ਕੀਤੀ ਸੀ ਉਹਨਾਂ ਦਿਨਾਂ 'ਚ ਨਾ ਸਟੋਰੀਜ਼ ਪੜ੍ਹਨ ਦਾ ਬਹੁਤ ਟ੍ਰੈਂਡ ਹੁੰਦਾ ਸੀ, ਲੋਕੀ ਟਰੈਵਲ ਕਰਦੇ ਸੀ ਤੇ ਤਾਂ ਲੈ ਲੈਂਦੇ ਸੀ, ਘਰ ਵੀ ਟਾਈਮ ਪਾਸ ਕਰਨ ਲਈ ਲੇਡੀਜ਼ ਔਰ ਬਜ਼ੁਰਗ ਜਿਹੜੇ ਹੁੰਦੇ ਸੀ, ਤੇ ਉਹ ਤਾਂ ਫਿਰ ਮੈਂ ਲਿਖਦਾ ਸੀ ਉਸ ਤਰ੍ਹਾਂ ਵੀ सोशल स्टोरीज, कहानियां जो राह दिखाएं, कहानियां जो जीना सिखाएं। बच्चियां ਲਈ मैं लिखी, यंगस्टर्स ਲਈ कहानियां जो जीनियस बनाएं, नए दौर की प्रेरक कहानियां, उस तरह की मैं सीरीज लिखी सी पूरी। फिर मोटिवेशनल बुक्स लिखनियां शुरू कीतियां। फिर स्टूडेंट, मैं नॉर्मली पब्लिशर की डिमांड ते ही किताब लिखता, मैं अपने आप नहीं लिखता, ਜਿਹੜਾ ਵੀ ਉਹ ਟੌਪਿਕ ਦਿੰਦੇ ਨੇ ਅਸੀਂ ਡਿਸਕਸ ਕਰਕੇ ਤੇ ਮੈਂ ਉਹਦੇ ਤੇ ਲਿਖਦਾ। ਹੁਣ ਇਹ ਲਾਕਡਾਊਨ ਤੋਂ ਬਾਅਦ ਜਦੋਂ ਇਹ ਟਾਈਮ ਵਿੱਚ ਕਰੋਨਾ ਵਾਲਾ ਆ ਗਿਆ ਸੀ ਤੇ ਮੈਂ ਇੱਕ ਕਿਤਾਬ ਲਿਖੀ, ਲਵ ਯੂ ਜ਼ਿੰਦਗੀ, ਕਿ ਹਾਲਾਤ ਬਹੁਤ ਸਾਰੇ ਟੈਂਸ ਹੋ ਗਏ, ਪਰੇਸ਼ਾਨੀਆਂ ਹੋ ਗਈਆਂ, ਫਾਈਨੈਂਸ਼ੀਅਲ ਪ੍ਰੋਬਲਮਸ ਆ ਗਈਆਂ, ਲੇਕਿਨ ਘਬਰਾਉਣ ਦੀ ਲੋੜ ਨਹੀਂ, ਡਰਨ ਦੀ ਲੋੜ ਨਹੀਂ। ਜ਼ਿੰਦਗੀ ਨੂੰ ਪਿਆਰ ਕਰੋ, ਤੁਸੀਂ ਆਪਣੀ ਜ਼ਿੰਦਗੀ ਨੂੰ ਪਿਆਰ ਕਰੋਗੇ ਤੇ ਆਪਣੇ ਆਪ ਨੂੰ ਪਿਆਰ ਕਰੋਗੇ, ਆਪਣੇ ਪਰਿਵਾਰ ਨੂੰ ਪਿਆਰ ਕਰੋਗੇ, ਤੇ ਪਿਆਰ ਵਿੱਚ ਇੰਨੀ ਤਾਕਤ ਹੈਗੀ ਕਿ ਅਸੀਂ ਜ਼ਿੰਦਗੀ ਦੀ ਕਿਸੇ ਵੀ ਜੰਗ ਨਾਲ ਲੜ ਸਕਦੇ ਹੈਗੇ ਆ। ਉਹ ਜਦੋਂ ਘਰ ਦੀ ਸਾਰੀ ਸਪੋਰਟ ਹੁੰਦੀ ਹੈ ਨਾਲ ਸਾਡੇ, ਤੇ ਫਿਰ ਜਿੱਦਾਂ ਵੀ ਇਹ ਕਈ ਵਾਰੀ ਬਹੁਤ ਪੈਸੇ ਹੁੰਦੇ ਨੇ ਤਾਂ ਵੀ ਚੱਲ ਜਾਂਦਾ, ਜੇ ਪੈਸੇ ਥੋੜੇ ਵੀ ਹੋਣ ਤੇ ਤਾਂ ਵੀ ਜੇ ਸਾਰਾ ਪਰਿਵਾਰ ਹੀ ਐਡਜਸਟਮੈਂਟ ਕਰਕੇ ਤੇ ਅਸੀਂ ਲਾਈਫ ਨੂੰ ਈਜ਼ੀਲੀ ਮੈਨੇਜ ਕਰ ਲੈਂਦੇ ਹਾਂ ਜੀ। ਤੇ ਤੁਹਾਡੀਆਂ ਕਿਤਾਬਾਂ ਕਿਸ ਲੈਂਗੁਏਜ ਵਿੱਚ ਨੇ, ਕਿ ਹਿੰਦੀ, ਪੰਜਾਬੀ ਜਾਂ ਇੰਗਲਿਸ਼ ਵਿੱਚ? ਮੈਂ ਤੇ ਹਿੰਦੀ ਚ ਲਿਖਦਾ, ਲੇਕਿਨ ਮੇਰੀਆਂ ਸਾਰੀਆਂ ਤੇ ਨਹੀਂ, ਲੇਕਿਨ ਕੁਝ ਕਿਤਾਬਾਂ ਮੇਰੀਆਂ ਬੰਗਾਲੀ, ਮਰਾਠੀ, ਗੁਜਰਾਤੀ, ਇੰਗਲਿਸ਼, ਪੰਜਾਬੀ, ਉੜੀਆ, ਤਕਰੀਬਨ 9-10 ਲੈਂਗੁਏਜ ਦੇ ਵਿੱਚ ਮੇਰੀਆਂ ਕਿਤਾਬਾਂ ਪਬਲਿਸ਼ ਹੁੰਦੀਆਂ ਨੇ ਇੱਥੇ ਜੀ। ਸਵਾਲ ਸਾਨੂੰ ਹੋਰ ਵੀ ਆ ਰਹੇ ਨੇ, ਪਰ ਆਪਾਂ ਇਸ ਨੂੰ ਜਲਦੀ ਹੀ ਜਿਹੜਾ ਆ ਸੰਭਾਲਣ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਸਮਾਂ ਕਾਫੀ ਹੋ ਚੁੱਕਾ ਹੈ। ਮਨਜੀਤ ਕੌਰ ਸੇਖੋ ਜੀ ਕਹਿੰਦੇ ਕਿ ਕੈਨ ਆਈ ਗੈਟ ਰਿਕਾਰਡਿੰਗ ਲੇਟਰ ਔਨ, ਆਈ ਹੈਵ ਟੂ ਜੁਆਇਨ ਸੰਡੇ ਗੁਰਮਤ ਸਕੂਲ ਜ਼ੂਮ ਮੀਟਿੰਗ। ਮਨਜੀਤ ਕੌਰ ਜੀ, ਤੁਸੀਂ ਸਾਂਝੀ ਆਵਾਜ਼ ਰੇਡੀਓ ਦਾ ਪੇਜ ਲਾਈਕ ਕਰੋ ਤੇ ਇਹ ਜਿਹੜੀ ਵੀਡੀਓ ਆ ਉੱਥੇ ਤੁਹਾਨੂੰ ਪਈ ਮਿਲੇਗੀ। YouTube ਚੈਨਲ ਜਿਹੜਾ ਸਾਂਝੀ ਆਵਾਜ਼ ਰੇਡੀਓ ਦਾ, ਤੁਸੀਂ ਉਹਨੂੰ ਜੇ ਸਬਸਕ੍ਰਾਈਬ ਕੀਤਾ ਹੋਇਆ ਤੇ ਇਸ ਵੀਡੀਓ ਨੂੰ ਤੁਸੀਂ ਉੱਥੇ ਵੀ ਵੇਖ ਸਕਦੇ ਹੋ। ਤੇ ਬਟ ਜੇ ਤੁਹਾਨੂੰ ਨਹੀਂ ਮਿਲੇਗੀ ਤੇ ਪਲੀਜ਼ ਤੁਸੀਂ ਮੈਨੂੰ ਕਮੈਂਟ ਵਿੱਚ ਜ਼ਰੂਰ ਦੱਸਣਾ ਤੇ ਮੈਂ ਤੁਹਾਨੂੰ ਰਿਕਾਰਡਿੰਗ ਜਿਹੜੀ ਆ ਉਹ ਭੇਜ ਦੇਵਾਂਗੀ। ਤੇ ਆਦਮਜੀਤ ਜੀ ਦਾ ਅਖੀਰਲਾ ਸਵਾਲ ਲੈ ਲੈਂਦੇ ਆ। ਕਹਿੰਦੇ ਕਿ ਕੀ ਹੁਣ ਆਪ ਜੀ ਨੇ ਮੋਦੀ ਦੇ ਸਾਈਨ ਚੈੱਕ ਕੀਤੇ ਹਨ? ਕੀ ਮੋਦੀ ਦੀ ਨੇਚਰ ਚੇਂਜ ਹੋਏਗਾ ਨੇਸ਼ਨ ਨੂੰ ਬਚਾਉਣ ਦੀ ਖਾਤਰ? ਸਾਡੇ ਕਿਸਾਨ ਭਰਾਵਾਂ ਦੇ ਹੱਕ 'ਚ ਫੈਸਲਾ ਹੋ ਸਕੇਗਾ? ਬੜਾ ਸੈਂਸਿਟਿਵ ਇਸ਼ੂ ਲੈ ਲਿਆ ਤੁਸੀਂ।
ਮੋਦੀ ਸਾਹਿਬ ਨਹੀਂ, ਡੈਫੀਨੇਟਲੀ ਮੈਂ ਜਿਹੜੀ ਵੀ ਪਰਸਨੈਲਿਟੀ ਕੋਈ ਲਾਈਮਲਾਈਟ ਵਿੱਚ ਆਉਂਦੇ ਨੇ, ਇਹ ਤੇ ਖੈਰ ਸਾਡੇ PM ਹੈਗੇ ਨੇ, ਤੇ ਮੈਂ ਕੋਸ਼ਿਸ਼ ਹੁੰਦੀ ਕਿ ਸਾਰਿਆਂ ਦੇ ਮੈਂ ਸਿਗਨੇਚਰ ਦੇਖਦਾ ਹੀ ਰਹਿਣਾ ਤਕਰੀਬਨ। ਇਹ ਜਦੋਂ ਗੁਜਰਾਤ ਦੇ CM ਹੈਗੇ ਸੀ ਤੇ ਗੁਜਰਾਤੀ ਚ ਸਾਈਨ ਕਰਦੇ ਸੀ। ਉਸ ਤੋਂ ਬਾਅਦ ਇਹਨਾਂ ਨੇ ਫਿਰ ਜਦੋਂ ਇਹ ਸੈਂਟਰ ਚ ਆਏ ਤੇ ਇਹਨਾਂ ਨੇ ਹਿੰਦੀ ਸਾਈਨ ਕਰਨੇ ਸ਼ੁਰੂ ਕੀਤੇ, ਤੇ ਪ੍ਰਾਈਮ ਮਿਨਿਸਟਰ ਬਣਨ ਤੋਂ ਬਾਅਦ ਇਹਨਾਂ ਨੇ ਇੰਗਲਿਸ਼ ਵਿੱਚ ਸਾਈਨ ਕਰਨੇ ਸ਼ੁਰੂ ਕੀਤੇ। ਇਹਨਾਂ ਦੇ ਸਾਈਨ ਦੀ ਖਾਸੀਅਤ ਹੈਗੀ ਹੈ, ਸਿਰਫ N ਲਿਖ ਕੇ ਇੱਕ ਕਾਫੀ ਵੱਡਾ ਸਰਕਲ ਤੇ ਨਹੀਂ ਕਹਿ ਸਕਦਾ, ਲੇਕਿਨ ਇੱਕ ਸਾਈਡ ਤੋਂ ਖੁੱਲਾ ਹੋਇਆ ਪੂਰਾ, ਲੇਕਿਨ ਇੱਕ ਜਿਸ ਤਰ੍ਹਾਂ ਬਾਉਂਡਰੀ ਕਾਫੀ ਵੱਡੀ ਹੈ ਉਹ ਬਣਾ ਦਿੰਦੇ ਹੈਗੇ ਨੇ। ਉਹਦੇ ਨਾਲ ਕੀ ਹੈਗਾ ਕਿ ਇਹ ਇਸ ਤਰ੍ਹਾਂ ਦੀ ਪਰਸਨੈਲਿਟੀ ਕਿਸੇ ਵੀ ਦੂਸਰੇ ਬੰਦੇ ਨੂੰ ਆਪਣੇ ਨਜ਼ਦੀਕ ਨਹੀਂ ਆਣ ਦਿੰਦੇ। ਬਹੁਤ ਜ਼ਿਆਦਾ ਡੋਮੀਨੇਟਿੰਗ ਨੇਚਰ ਦੇ ਹੁੰਦੇ ਨੇ, ਹੱਠੀ ਨੇਚਰ ਦੇ ਹੁੰਦੇ ਨੇ, ਔਰ ਉਹ ਈਜ਼ੀਲੀ ਕਿਸੇ ਈਵਨ ਹੁਣ ਸਾਡੇ ਕੈਬਨਿਟ ਮਿਨਿਸਟਰ ਬਹੁਤ ਸਾਰੇ ਹੈਗੇ ਨੇ ਜਿਹੜੇ ਕਿ ਇਹਨਾਂ ਨੂੰ ਈਜ਼ੀਲੀ ਅਪਰੋਚ ਨਹੀਂ ਕਰ ਸਕਦੇ, ਮਿਲ ਨਹੀਂ ਸਕਦੇ। ਕਹਿਣ ਨੂੰ ਇਹਨਾਂ ਦੀ ਕੈਬਨਿਟ ਦੇ ਵਿੱਚ ਹੀ ਹੈਗੇ ਨੇ, ਕਿਉਂਕਿ ਇਹਨਾਂ ਨੇ ਇੱਕੋ ਸਰਕਲ ਇਸ ਤਰ੍ਹਾਂ ਦਾ ਬਣਾ ਲਿਆ ਔਰ N ਕੈਪੀਟਲ ਲਿਖਿਆ ਹੈਗਾ। ਤੇ ਇਹੋ ਜਿਹੇ ਬੰਦੇ ਦੇ ਅੰਦਰ ਨਾ ਈਗੋ ਬਹੁਤ ਜ਼ਿਆਦਾ ਹੁੰਦੀ ਹੈਗੀ ਹੈ, ਔਰ ਇੱਕੋ ਜਿਹੜਾ ਸਰਕਲ ਬਣਾ ਲਿਆ ਉਹਦੇ ਨਾਲ ਇਹ ਕਿਸੇ ਨੂੰ ਈਜ਼ੀਲੀ ਅਲਾਉ ਨਹੀਂ ਕਰਦੇ ਕਿ ਕੋਈ ਆ ਕੇ ਇਹਨਾਂ ਦੀ ਗੱਲ ਨੂੰ ਇੰਟਰਫੀਅਰ ਕਰੇ ਜਾਂ ਚੇਂਜ ਕਰਨ ਦੀ ਕੋਸ਼ਿਸ਼। ਮੈਨੂੰ ਨਹੀਂ ਲੱਗਦਾ ਕਿ ਕੋਈ ਕਿਸੇ 'ਚ ਵੀ ਹਿੰਮਤ ਤੇ ਜਾ ਕੇ ਉਹਨਾਂ ਨੂੰ ਕਹੇ ਕਿ ਏਦਾਂ ਨਹੀਂ ਏਦਾਂ ਕਰ ਲਓ ਤੁਸੀਂ। ਤੇ ਜ਼ਿਆਦਾ ਮੈਂ ਹੁੰਦੇ ਜੀ ਤਕਰੀਬਨ ਸਾਰਾ ਦੇਸ਼ ਹੀ ਉਹਨਾਂ ਨੂੰ ਕਹਿ ਰਿਹਾ, ਤੇ ਹੁਣ ਇੱਕ ਦੋ ਬੰਦਿਆਂ ਦੀ ਗੱਲ ਨਹੀਂ ਹੈਗੀ, ਤੇ ਹੋਪਫੁਲੀ ਜਿਹੜਾ ਉਹ ਆਪਣੇ ਸਿਗਨੇਚਰ ਵੀ ਚੇਂਜ ਕਰ ਲੈਣ ਤੇ ਆਪਣੇ ਆਪ ਨੂੰ ਵੀ ਚੇਂਜ ਕਰਨ ਦੀ ਕੋਸ਼ਿਸ਼ ਕਰਨ। ਨਹੀਂ, ਬਹੁਤ ਫਰਕ ਪੈਂਦਾ ਹੈ। ਮਤਲਬ ਕਿ ਕੁਝ ਪਰਸਨੈਲਿਟੀਜ਼ ਐਸੀਆਂ ਨੇ, ਹੁਣ ਨਾਂ ਹੈ ਤੇ ਰਾਹੁਲ ਜੀ ਦਾ ਨਾਮ ਹੈ, ਉਹਨਾਂ ਦੀ ਫੈਮਿਲੀ ਚੋਂ 3 ਪ੍ਰਾਈਮ ਮਿਨਿਸਟਰ ਰਹੇ ਨੇ, ਚੌਥੇ ਮਨਮੋਹਨ ਸਿੰਘ ਜੀ, ਉਹ ਵੀ ਉਹਨਾਂ ਦੇ ਘਰ ਦੇ ਪ੍ਰਾਈਮ ਮਿਨਿਸਟਰ ਸੀ। ਜਿਸ ਘਰ ਦੇ 4 ਪ੍ਰਾਈਮ ਮਿਨਿਸਟਰ ਰਹੇ ਹੋਣ, ਉਹਨਾਂ ਦੇ ਜਿਹੜਾ ਨੈਕਸਟ ਮੈਂਬਰ ਹੈ ਉਹਨੂੰ ਤੇ PM ਬਣਦੇ 1 ਮਿੰਟ ਵੀ ਨਹੀਂ ਲੱਗਣਾ ਚਾਹੀਦਾ। ਲੇਕਿਨ ਉਹਨਾਂ ਹੁਣ ਰਾਹੁਲ ਗਾਂਧੀ ਜੀ ਨੇ ਜਿਹੜੀ ਕਮੀ ਮੈਂ ਦੇਖਦਾ ਹੈਗਾ ਕਿ ਇਹਨਾਂ ਨੇ ਈਵਨ ਪ੍ਰਿਯੰਕਾ ਆਪਣੇ ਘਰ ਦੀ ਰਹਿੰਦੀ ਹੈਗੀ, ਉਹਨੇ ਵੀ ਗਾਂਧੀ ਵਰਡ ਆਪਣੇ ਨਾਲ ਜੋੜਿਆ ਹੋਇਆ ਹੈ, ਲੇਕਿਨ ਰਾਹੁਲ ਨੇ ਗਾਂਧੀ ਵਰਡ ਨੂੰ ਹਟਾਤਾ, ਉਹਨੇ ਸਿਰਫ ਰਾਹੁਲ ਰੱਖਿਆ ਹੈਗਾ। ਤੇ ਫੈਮਿਲੀ ਦੀ ਸਪੋਰਟ, ਜਿਹੜਾ ਫੈਮਿਲੀ ਦਾ ਹੁਣ ਤੱਕ ਦਾ ਸਾਰਾ ਉਹਨਾਂ ਨੂੰ ਕ੍ਰੈਡਿਟ ਮਿਲਣਾ ਚਾਹੀਦਾ ਸੀ, ਉਹ ਉਹਨਾਂ ਤੋਂ ਬਿਲਕੁਲ ਅਲੱਗ ਹੋ ਗਿਆ। ਉਹਦਾ ਬੈਨੀਫਿਟ ਉਹ ਨਹੀਂ ਲੈ ਪਾ ਰਹੇ। ਦੂਸਰਾ, ਗਰਾਊਂਡ ਰਿਐਲਿਟੀ ਨਾਲ ਇੱਕ ਬਾਰ-ਬਾਰ ਨਾ ਪੈਨ ਚੁੱਕਦੇ ਨੇ, ਮਤਲਬ ਕਿ ਰਾਹੁਲ ਲਿਖਦੇ ਨੇ 5 ਅਲਫਾਬੈਟ ਨੇ ਤੇ ਉਹਦੇ 'ਚ 3 ਵਾਰੀ ਇਹ ਪੈਨ ਚੁੱਕਦੇ ਨੇ। ਉਹਦੇ ਨਾਲ ਕੀ ਕਿ ਸਾਡਾ ਕੌਨਫੀਡੈਂਸ ਬੜਾ ਵੀਕ ਹੋ ਜਾਂਦਾ ਹੈ। ਅਸੀਂ ਜਿਹੜੀ ਵੀ ਗੱਲ ਕਰਦੇ ਹਾਂ ਉਹ ਇੱਕ ਅਥਾਰਟੀ ਨਾਲ ਨਹੀਂ ਕਰ ਸਕਦੇ, ਔਰ ਕਿਉਂ ਕੀਤੀ ਹੈ, ਕਿਹੜੀ ਬੇਸਿਸ ਸੀ, ਉਸ ਨੂੰ ਅਸੀਂ ਜਸਟੀਫਾਈ ਨਹੀਂ ਕਰ ਪਾਉਂਦੇ। ਔਰ ਉਹ ਚੀਜ਼ਾਂ ਅਸੀਂ ਸਾਰੇ ਰੋਜ਼ ਦੇਖਦੇ ਹੀ ਹੈਗੇ ਹਾਂ ਕਿ ਉਹਨਾਂ ਦੀ ਲਾਈਫ ਵਿੱਚ ਇਹ ਪ੍ਰੋਬਲਮ ਆ ਰਹੀਆਂ ਨੇ। ਜੋਲੀ ਜੀ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ, ਐਂਡ ਮੈਨੂੰ ਲੱਗਦਾ ਹੈ ਕਿ ਜੇ ਸਮੇਂ ਦੇ ਸਾਨੂੰ ਬਾਉਂਡਰੀਜ਼ ਨਾ ਹੋਣ ਤੇ ਅਸੀਂ ਇਸ ਗੱਲ ਨੂੰ 2-3 ਘੰਟੇ ਚਲਾ ਸਕਦੇ ਹਾਂ। ਤੇ ਪਰ ਮੈਂ ਚਾਹਾਂਗੀ ਕਿ ਅਸੀਂ ਹੁਣ ਸਰੋਤਿਆਂ ਤੋਂ ਇਜਾਜ਼ਤ ਲਈਏ, ਤੇ ਦੁਬਾਰਾ ਫਿਰ ਮੈਂ ਚਾਹਾਂਗੀ ਕਿ ਤੁਸੀਂ ਸਾਨੂੰ ਕਿਸੇ ਦਿਨ ਜ਼ਰੂਰ ਟਾਈਮ ਕਰੋ ਤੇ ਅਸੀਂ ਮਾਈਂਡ ਟ੍ਰੇਨਿੰਗ ਦੇ ਉੱਤੇ ਗੱਲਬਾਤ ਕਰੀਏ ਕਿ ਕਿਸ ਤਰ੍ਹਾਂ ਮਾਈਂਡ ਨੂੰ ਟ੍ਰੇਨ ਕੀਤਾ ਜਾ ਸਕਦਾ। ਮੈਂ ਸਾਰੇ ਸੁਣਨ ਵਾਲਿਆਂ ਲਈ ਬਸ ਇੱਕੋ ਵਾਹਿਗੁਰੂ ਅੱਗੇ ਅਰਦਾਸ ਕਰਾਂਗਾ ਕਿ ਜਿਨ੍ਹਾਂ ਨੇ ਵੀ ਇਹ ਪ੍ਰੋਗਰਾਮ ਦੇਖਿਆ ਹੈ, ਔਰ ਸਭ ਤੋਂ ਪਹਿਲੇ ਆਪ ਜੀ ਦਾ, ਆਤਮਜੀਤ ਜੀ ਦਾ, ਸਾਰਿਆਂ ਦਾ, ਕਿ ਵਾਹਿਗੁਰੂ ਇੰਨੀ ਬਖਸ਼ਿਸ਼ ਕਰੇ ਕਿ ਤੁਹਾਡੇ ਸਿਗਨੇਚਰ ਅੱਜ ਤੋਂ ਬਾਅਦ ਤੁਹਾਡੇ ਆਟੋਗ੍ਰਾਫ ਬਣ ਜਾਣ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਤੇ ਜ਼ਰੂਰ ਤੁਸੀਂ ਸਾਨੂੰ ਉਹ ਫਾਰਮ ਜ਼ਰੂਰ ਭੇਜਣਾ ਤਾਂ ਜੋ ਅਸੀਂ ਉਸ ਨੂੰ ਐਡਵਰਟਾਈਜ਼ ਕਰ ਸਕੀਏ, ਤੇ ਜਿਹੜੇ ਵੀ ਜਾਣਨਾ ਚਾਹੁੰਦੇ ਨੇ ਆਪਣੇ ਸਿਗਨੇਚਰ ਬਾਰੇ, ਆਪਣੀ ਪਰਸਨੈਲਿਟੀ ਬਾਰੇ, ਉਹ ਤੁਹਾਨੂੰ ਅਪਰੋਚ ਕਰ ਸਕਣ। ਠੀਕ, ਤੁਸੀਂ ਮੇਰਾ YouTube ਦੇ ਚੈਨਲ ਦਾ ਰੈਫਰੈਂਸ ਦੇ ਸਕਦੇ ਹੋ, ਉਹਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਬੈਨੀਫਿਟ ਮਿਲ ਜਾਏਗਾ। ਜੋਲੀ ਅੰਕਲ YouTube ਤੇ ਲਿਖਣ, ਉਹਨਾਂ ਨੂੰ ਬਹੁਤ ਸਾਰੀਆਂ ਵੀਡੀਓਜ਼ ਮਿਲਣਗੀਆਂ ਜਿਹਦੇ ਨਾਲ ਉਹਨਾਂ ਨੂੰ ਸਾਰੀ ਜਿਹੜੇ ਡਾਊਟਸ ਨੇ ਉਹਨਾਂ ਦੇ ਉਹ ਸਾਰੇ ਘਰ ਬੈਠੇ ਕਲੀਅਰ ਹੋ ਜਾਣਗੇ। ਜੀ ਜ਼ਰੂਰ, ਬਹੁਤ ਬਹੁਤ ਸ਼ੁਕਰੀਆ ਵਨਸ ਅਗੇਨ, ਤੇ ਫਿਰ ਦੁਬਾਰਾ ਅਸੀਂ ਬਹੁਤ ਜਲਦੀ ਮਿਲਾਂਗੇ। ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਸੋ ਇਹ ਸਨ ਜੀ ਜੋਲੀ ਅੰਕਲ, ਜਿਹੜੇ ਕਿ ਸਿਗਨੇਚਰ ਤੋਂ ਦੱਸ ਦਿੰਦੇ ਨੇ ਕਿ ਤੁਹਾਡੀ ਕੀ ਪਰਸਨੈਲਿਟੀ ਹੈ ਤੇ ਉਹਨੂੰ ਕਿਸ ਤਰ੍ਹਾਂ, ਜਸਟ ਮਤਲਬ ਕਿ ਪਰਸਨੈਲਿਟੀ ਨੂੰ ਜਾਣਨਾ ਆਈ ਡੋਂਟ ਥਿੰਕ ਕਿ ਕੁਝ ਹੈਲਪ ਕਰਦਾ, ਬਟ ਉਸ ਨੂੰ ਬੈਟਰ ਕਿਸ ਤਰ੍ਹਾਂ ਕੀਤਾ ਜਾ ਸਕਦਾ ਉਹਦੇ ਬਾਰੇ ਜਿਹੜੀ ਹੈ ਤੁਹਾਨੂੰ ਜਾਣਕਾਰੀ ਦਿੰਦੇ ਨੇ। ਤੇ ਤੁਸੀਂ ਉਹਨਾਂ ਦਾ, ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਕਿ YouTube ਚੈਨਲ ਆ, ਤੁਸੀਂ ਉੱਥੇ ਜਾ ਕੇ ਉਹਨਾਂ ਦੀਆਂ ਵੀਡੀਓਜ਼ ਵੇਖ ਸਕਦੇ ਹੋ। ਤੇ ਬਹੁਤ ਜਲਦੀ ਅਸੀਂ ਉਹਨਾਂ ਕੋਲੋਂ
ਹੋਰ ਇਨਫੋਰਮੇਸ਼ਨ ਲੈ ਕੇ ਕਿ ਕਿਸ ਤਰ੍ਹਾਂ ਤੁਸੀਂ ਉਹਨਾਂ ਨੂੰ ਆਪਣੇ ਸਿਗਨੇਚਰ ਭੇਜ ਸਕਦੇ ਹੋ ਤੇ ਆਪਣੀ ਪਰਸਨੈਲਿਟੀ ਬਾਰੇ ਤੇ ਉਸ ਨੂੰ ਇੰਪਰੂਵ ਕਰਨ ਬਾਰੇ ਕਿਸ ਤਰ੍ਹਾਂ ਜਾਣ ਸਕਦੇ ਹੋ। ਬਹੁਤ ਜਲਦੀ ਤੁਹਾਡੇ ਨਾਲ ਸਾਂਝ ਪਾਵਾਂਗੇ ਤੇ ਤੁਸੀਂ ਦਿਓ ਇਜਾਜ਼ਤ। ਤੁਸੀਂ ਸੁਣਦੇ ਰਹੋ ਸਾਂਝੀ ਆਵਾਜ਼ ਰੇਡੀਓ, ਆਵਾਜ਼ ਦਿਲਾਂ ਦੀ, ਕਿਉਂਕਿ ਇਹ ਹੈ ਤੁਹਾਡੀ ਆਵਾਜ਼ ਸਾਡੀ ਜ਼ੁਬਾਨ।